ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੈ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਣ ਪਾਵੈ ਪਤ ਸਿਉ ਜਾਵੈ, ਆਗੈ ਦੁਖ ਨ ਲਾਗੈ। ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਆ ਭਉ ਭਾਗੈ। ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰੈ ਪਰਵਾਣੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਨੇ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਤਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਤਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਪੀਤੂ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ। ਵਿਣ ਬੋਹਿਤ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਪੀਤੂ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ। ਵਿਣ ਬੋਹਿਤ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਗਰਭ ਗੰਜਨ ਦੁਸ਼ਟ ਭੰਜਨ, ਕਰੀਮਲ ਕਮਾਲ ਹੁਸਨਲ ਜਮਾਲ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ
ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਸਰਵਣ ਕਰਨੀ ਹੈ। ਉੱਥੇ ਅੱਜ ਦਾ ਇਤਿਹਾਸਕ ਦਿਹਾੜਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ 1745 ਦੇ ਵਿੱਚ ਸ਼ਹਾਦਤ ਹੋਈ, ਇਸ ਸੰਬੰਧ ਵਿੱਚ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਅਤੇ ਜੋ ਅੱਜ ਸਾਵਣ ਦਾ ਮਹੀਨਾ ਆਰੰਭ ਹੋ ਰਿਹਾ ਹੈ, ਗਰੀਬ ਨਵਾਜ਼ ਜੀ ਨੇ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜ਼ਿੰਦਗੀ ਦਾ ਇੱਕ ਇੱਕ ਪਲ, ਇੱਕ ਇੱਕ ਛਿਨ ਅਸੀਂ ਕਿਵੇਂ ਮਾਲਕ ਨਾਲ ਜੁੜ ਕੇ ਸਫਲਾ ਕਰਨਾ ਹੈ, ਪਾਵਨ ਗੁਰ ਸ਼ਬਦ ਦੀ ਵਿਚਾਰ ਵੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਣੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਸੋਰਠ ਰਾਗ ਦੇ ਵਿੱਚ ਜੋ ਸਾਨੂੰ ਅਸ਼ਟਪਦੀ ਦੇ ਰੂਪ ਵਿੱਚ ਅੱਜ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਹਨ, ਉਸ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਵੀ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਪਰਮਾਤਮਾ ਦੇ ਭੈ ਨੂੰ, ਪਰਮਾਤਮਾ ਦੇ ਡਰ ਨੂੰ ਅਦਬ ਨਾਲ ਆਪਣੇ ਮਨ ਵਿੱਚ ਟਿਕਾਉਂਦਾ ਹੈ, ਉਹ ਮਨੁੱਖ ਫਿਰ ਖੁਦਗਰਜੀ ਪਦਾਰਥਵਾਦੀ ਸੋਚ ਅਤੇ ਵਿਕਾਰਾਂ ਦੇ ਭਾਰ ਤੋਂ ਆਪਣੇ ਆਪ ਨੂੰ ਬਚਾ ਕੇ ਸੁਰਖਰੂ ਕਰ ਲੈਂਦਾ ਹੈ। ਐਸੇ ਜੀਵ ਨਿਰਸੰਦੇਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਪਰ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਡਰ ਅਦਬ ਨਹੀਂ ਹੈ, ਉਹ ਵਿਕਾਰਾਂ ਦੇ ਭਾਰ ਹੇਠ ਦੱਬੇ ਜਾਂਦੇ ਨੇ ਅਤੇ ਭਵ ਸਾਗਰ ਵਿੱਚ ਡੁੱਬਦੇ ਹੋਏ ਸਾਹਿਬ ਜੀ ਨੇ ਵੇਖੇ ਨੇ। ਕਿਉਂਕਿ ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਅਲੇ, ਬਾਜ ਗੁਰੂ ਡੁੱਬਾ ਜਗ ਸਾਰਾ। ਜੇ ਪਰਮੇਸ਼ਰ ਦਾ ਡਰ ਹੋਵੇ ਤੇ ਸਾਰੇ ਡਰ ਖਤਮ ਹੋ ਜਾਂਦੇ ਨੇ। ਜੇ ਪਰਮੇਸ਼ਰ ਦਾ ਡਰ ਮਨ ਵਿੱਚ ਨਹੀਂ ਤੇ ਮਨੁੱਖ ਕਈ ਵਾਰ ਅਲਪ ਸ਼ਕਤੀਆਂ ਦਾ, ਗ੍ਰਹਿ ਨਛੱਤਰਾਂ ਦਾ, ਪਦਾਰਥਾਂ ਦਾ, ਕਈ ਤਰ੍ਹਾਂ ਦੇ ਹੋਰ ਇਸ ਪ੍ਰਕਿਰਤੀ ਦੇ ਜਿਹੜੇ ਡਰ ਨੇ, ਉਹਨਾਂ ਨੂੰ ਆਪਣੇ ਮਨ ਵਿੱਚ ਟਿਕਾਈ ਰੱਖਦਾ ਹੈ। ਦੂਸਰੇ ਪਾਸੇ ਮਾਲਕ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ, ਉਹਨਾਂ ਬਖਸ਼ਿਸ਼ਾਂ ਵਿੱਚੋਂ ਰਾਜ ਭਾਗ ਵੀ ਇੱਕ ਬਖਸ਼ਿਸ਼ ਹੈ। ਦਾਨੰਗ ਪਰਾ ਪੂਰਬੇਣ ਪੁਚੰਤੇ ਮਹੀਪਤੇ, ਬੜੇ ਵੱਡੇ ਦਾਨ ਪੁੰਨ ਹੋਣ, ਚੰਗੇ ਕਰਮ ਹੋਣ, ਫਿਰ ਰਾਜ ਭਾਗ ਮਿਲਦਾ ਹੈ। ਪਰ ਜਦੋਂ ਰਾਜ ਭਾਗ ਪ੍ਰਾਪਤ ਕਰਕੇ ਪਰਮਾਤਮਾ ਦਾ ਡਰ ਮਨ ਵਿੱਚੋਂ ਖਤਮ ਹੋ ਜਾਵੇ, ਫਿਰ ਉਹ ਰਾਜੇ ਲੋਕਾਂ ਤੇ ਜ਼ੁਲਮ ਕਰਦੇ ਨੇ, ਪਰਜਾ ਨੂੰ ਮਾਰਦੇ ਨੇ। ਉਹਨਾਂ ਦੀ ਜਿਹੜੀ ਬੁੱਧ ਹੈ, ਮਤ ਹੈ, ਉਹ ਭ੍ਰਿਸ਼ਟ ਹੋ ਜਾਂਦੀ ਹੈ, ਮਾਰੀ ਜਾਂਦੀ ਹੈ। ਬਹੁਤ ਲੰਮਾ ਸਮਾਂ ਫਿਰ ਉਹਨਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਦੁੱਖ ਨੇ ਉਹ ਭੋਗਣੇ ਪੈਂਦੇ ਨੇ। ਦਾਨੰਗ ਪਰਾ ਪੂਰਬੇਣ ਪੁਚੰਤੇ ਮਹੀਪਤੇ, ਬਪਰੀਤ ਬੁੱਧਿੰ ਮਾਰਤ ਲੋਕੈ। ਜਿਨ੍ਹਾਂ ਲੋਕਾਂ ਨੇ ਰਾਜਾ ਬਣਾਇਆ ਹੁੰਦਾ ਹੈ, ਉਹ ਰਾਜਾ ਜਦੋਂ ਮੱਤ ਮਾਰੀ ਜਾਂਦੀ ਹੈ, ਫਿਰ ਉਹਨਾਂ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੰਦਾ ਹੈ। ਬਪਰੀਤ ਬੁੱਧਿੰ ਮਾਰਤ ਲੋਕੈ, ਲੋਕਾਂ ਨੂੰ ਮਾਰਦਾ ਹੈ। ਨਾਨਕ ਚਿਰੰਕਾਲ ਦੁੱਖ ਭੋਗਤੇ। ਕੁਝ ਐਸਾ ਹੀ ਇਸ ਭਾਰਤ ਵਰਸ਼ ਦੀ ਧਰਤੀ ਤੇ ਹੋਇਆ ਕਿ ਜਦੋਂ ਇੱਥੇ ਕਦੇ ਮਹਿਮੂਦ ਗਜਨਵੀ ਦੇ ਰੂਪ ਵਿੱਚ, ਕਦੇ ਅਲਾਉਦੀਨ ਖਿਲਜੀ ਦੇ ਰੂਪ ਵਿੱਚ, ਕਦੇ ਮੁਹੰਮਦ ਤੁਗਲਕ, ਕਦੇ ਸਿਕੰਦਰ ਲੋਧੀ, ਉਸ ਤੋਂ ਬਾਅਦ ਮੁਗਲ, ਜਿਨ੍ਹਾਂ ਨੇ ਆ ਕੇ ਭਾਰਤ ਵਰਸ਼ ਦੇ ਲੋਕਾਂ ਨੂੰ ਬਹੁਤ ਲੁੱਟਿਆ ਅਤੇ ਜਬਰੀ ਇੱਥੋਂ ਦੇ ਲੋਕਾਂ ਦਾ ਜਿਹੜਾ ਧਰਮ ਸੀ ਉਹ ਪਰਿਵਰਤਨ ਕੀਤਾ ਜਾਣ ਲੱਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਧਰਤੀ ਦੀ ਪੁਕਾਰ ਨੂੰ ਸੁਣ ਕੇ ਪ੍ਰਗਟ ਹੋਏ
ਸਾਹਿਬ ਜੀ ਨੇ ਜਿੱਥੇ ਏਕੋ ਧਰਮ ਦ੍ਰਿੜੈ ਸੱਚ ਕੋਈ ਦਾ ਸਿਧਾਂਤ ਦਿੱਤਾ ਕਿ ਜਿਹੜਾ ਮਨੁੱਖ ਵੀ ਸੱਚ ਰੂਪੀ ਪ੍ਰਮਾਤਮਾ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈਂਦਾ, ਸੱਚ ਦ੍ਰਿੜ ਕਰ ਲੈਂਦਾ, ਉਹ ਧਰਮੀ ਹੈ। ਤੇ ਜਦੋਂ ਮਨੁੱਖ ਸੱਚ ਧਰਮੀ ਬਣ ਜਾਂਦਾ ਹੈ ਤੇ ਉਹ ਫਿਰ ਕਿਸੇ ਦੇ ਧਰਮ ਵਿੱਚ ਦਖਲ ਨਹੀਂ ਦਿੰਦਾ, ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਨਹੀਂ ਕਰਦਾ। ਉਹ ਜਿਵੇਂ ਆਪਣੇ ਧਰਮ ਦਾ ਅਦਬ ਸਤਿਕਾਰ ਕਰਦਾ, ਇਵੇਂ ਦੂਸਰਿਆਂ ਨੂੰ ਵੀ ਖੁੱਲ੍ਹ ਆਜ਼ਾਦੀ ਦਿੰਦਾ ਕਿ ਤੁਸੀਂ ਵੀ ਆਪਣੇ ਧਰਮ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਸਕਦੇ ਹੋ। ਪਰ ਮੁਗਲਾਂ ਨੇ ਜਦੋਂ ਜਬਰੀ ਧਰਮ ਪਰਿਵਰਤਨ ਕਰਨ ਦਾ ਯਤਨ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਇਸ ਗੱਲ ਦੀ ਵਿਰੋਧਤਾ ਕੀਤੀ। 10 ਜਾਮਿਆਂ ਵਿੱਚ ਇਸ ਸਿਧਾਂਤ ਤੇ ਪਹਿਰਾ ਦਿੱਤਾ ਗਿਆ ਔਰ ਇਸ ਸੱਚ ਦੀ ਅਜ਼ਮਤ ਨੂੰ ਬੁਲੰਦ ਰੱਖਣ ਵਾਸਤੇ ਕਦੇ ਬਾਬਰ ਦੀ ਹਵਾਲਾਤ, ਕਦੇ ਲਾਹੌਰ ਦੀ ਤਤੀ ਤਵੀ, ਕਦੇ ਚਾਂਦਨੀ ਚੌਂਕ, ਕਦੇ ਸਰਸਾ ਦਾ ਕੰਡਾ, ਕਦੇ ਸਰਹੰਦ ਦੀ ਦੀਵਾਰ, ਚਮਕੌਰ ਦੀ ਗੜੀ। ਪਰ ਗਰੀਬ ਨਵਾਜ਼ ਨੇ ਮਨੁੱਖਤਾ ਦੇ ਜਿਹੜੇ ਅਧਿਕਾਰ ਸਨ ਉਹਨਾਂ ਦੀ ਰਾਖੀ ਕਰਦਿਆਂ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਐਸਾ ਰਾਜ ਭਾਗ ਗੁਰੂ ਦੀ ਕਿਰਪਾ ਦੇ ਨਾਲ ਕਾਇਮ ਕੀਤਾ ਕਿ ਜਿੱਥੇ ਸਭੇ ਸੁਖਾਲੀ ਉਠੀਆਂ, ਇਹ ਹੋਆ ਹਲੇਮੀ ਰਾਜ ਜਿਉ। 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ। ਉਸ ਤੋਂ ਬਾਅਦ ਜਿਵੇਂ ਕਿਤੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ। ਜੇ ਕੋਈ ਸਿੰਘ ਦੀ 10 ਪਾਉਂਦਾ ਉਹਨੂੰ 10 ਰੁਪਈਏ, ਜੇ ਕੋਈ ਜਿਉਂਦਾ ਪਕੜ ਕੇ ਲਿਆਉਂਦਾ ਉਹਨੂੰ 50 ਰੁਪਈਏ, ਜੇ ਕੋਈ ਸਿੱਖ ਦਾ ਸਿਰ ਕੱਟ ਕੇ ਲਿਆਉਂਦਾ ਤੇ ਉਹਨੂੰ 80 ਰੁਪਈਏ ਇਨਾਮ ਦਿੱਤਾ ਜਾਂਦਾ ਸੀ। ਇਸੇ ਲੜੀ ਦੇ ਦੌਰਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ। ਭਾਈ ਸਾਹਿਬ ਭਾਈ ਤਾਰਾ ਸਿੰਘ ਵਾਂ ਸ਼ਹੀਦ ਹੋਏ। ਉਹਨਾਂ ਦਿਨਾਂ ਦੇ ਵਿੱਚ ਨਾਦਰ ਸ਼ਾਹ ਦੁਰਾਨੀ ਨੇ ਵੀ ਭਾਰਤ ਤੇ ਹਮਲੇ ਕੀਤੇ। ਇੱਥੋਂ ਦੀ ਇੱਜ਼ਤ ਆਬਰੂ ਨੂੰ ਖੂਬ ਲੁੱਟਿਆ। ਜਦੋਂ ਉਹ ਵਾਪਸ ਜਾ ਰਿਹਾ ਸੀ ਤੇ ਗੁਰੂ ਕੇ ਸਿੱਖਾਂ ਨੇ ਧਾਵਾ ਬੋਲ ਕੇ, ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, कभी नादर तुझसे डरता था, अबदाली भी खाम खाता था, तब तुझको एक लगन थी दुखियां का दर्द वडाने की। खालसा पंथ दुखियां दे दर्द वडाउण नूं हमेशा पहल दिंदा ते अपने आप नूं संकट विच पा के भी जे किते गल शहीदी तक भी जांदी ते ओह प्रवान कर लैंदे, आख दिंदे कि सिखन कास गुरु सवारे, सीस दिए सन निज परवारे, हम कारण गुर कुलै गवाई, हम कुल राखै कवन वडाई। जदों नादर शाह नूं सिखां ने लुटिया, उहदा माल सुबाब खो के गरीबां विच वंडिया, इत्थों दी इज्जत आबरू नूं घरां विच वापस पहुंचाया ते नादर शाह खफा हो के जकरिया खान नूं कहण लगा, ये कौन ने जिन्हां ने यतन कीता शेर दी दाड़ विचों मास लैण दा। जकरिया खां भावें कट्टड़ दुश्मन सी, क्योंकि फरखशीयर दे समय जिथे अब्दुल समुद खान नूं लाहौर दा गवर्नर नियत किया गया, उन्हें अगे जकरिया खान नूं सिखां दा नामो निशान मिटाउण दा हुक्म दे दिता। किहड़ा अत्याचार सी जिहड़ा जकरिया खान दे वेले नहीं होया। जदों जकरिया खान तो पुछया गया ते जकरिया खान ने जिथे वो सिखां दा कट्टड़ दुश्मन सी उत्थे उन्हें सच भी दस्या, कहण लगा भी ये गुरु के सिख ने जिहड़े हर गल ते गुरु ते भरोसा रखते ने, बात बात पर गुरु अलह है। ये किरिया कर्म करावत ना ही हड्डी गंगा पावत नहीं। अज भावें सिक्खी दा सिस्टम विगड़ गया, सिख रखड़ियां भी बनी जांदे, वर्त भी रखी जांदे, श्राद्ध भी करी जांदे, जठेरे भी पूजी जांदे, मड़ियां भी पूजी जांदे, सिक्खी तो उल्ट कर्म करी जांदे। जकरिया खान ने लिखिया, कहण लगे ये ओ ने जिहड़े किरिया कर्म करावत नाही, हड्डी गंगा पावत नाही। गंग जमन के निकट न जावे, अपने गुर के सरवर नावै, शब्द चौंकी गुर अपने की करै, सो मरन ते नैक न डरै। कहण लगे इनको मारत हम थक गयो, जिम काटे ते बधे गुलाब। जदों ये सुनिया भी इन्हां दे घोड़ियां दीयां काठियां ते ਟਿਕਾਣੇ ਨੇ, ਇਹ ਚਣੇ ਖਾ ਕੇ ਆਖਦੇ ਨੇ ਬਦਾਮ। ਜੇ ਕਿਤੇ ਲੰਗਰ ਦੂਜਿਆਂ ਨੂੰ ਵਰਤਾ ਕੇ ਖਤਮ ਹੋ ਜਾਵੇ, ਆਪ ਨਾਮ ਹੀ ਛਕਣ ਤੇ ਕਦੇ ਇਹ ਨਹੀਂ ਕਹਿੰਦੇ ਵੀ ਲੰਗਰ ਖਤਮ ਹੋ ਗਿਆ, ਇਹ ਕਹਿੰਦੇ ਲੰਗਰ ਮਸਤਾਨਾ ਹੋ ਗਿਆ।
ਦੇਤ ਆਵਾਜ਼ਾ ਭੂਖਾ ਕੋਈ, ਦੇਗ ਤਿਆਰ ਗੁਰੂ ਕੀ ਹੋਈ। ਤਾਹੇ ਸਮੇਂ ਵੈਰੀ ਚੱਲ ਆਵੇ, परम मीत सम ताहे शिकावै। जो बचे तो आप शके हैं, नहीं तो लंगर मस्त बतै है। जदों जकरिया खान ने दसिया ते नादर शाह कहन लगा एक दिन ये जरूर पंजाब दे हाकम बनणगे। ते सचमुच शेरे पंजाब महाराजा रणजीत सिंह दे रूप विच, मिसलां दे रूप विच ऐसी हुकूमत सिखां ने कीती जिहदा बदल अज तक संसार विच सानूं कोई दिखाई नहीं दिंदा। जदों नादर शाह ये गल कह के वापस अपनी वलैत चलिया गया तो जकरिया खान बड़ा खफा होया। उन्हें एक दिन जिहड़े इत्थों दे चौधरी सन, क्योंकि खास करके जिथे मुगल हाकम भारत वर्ष ते जुल्म कर रहे सन, उत्थे इत्थों दे बहुत सारे खतरी जिहड़े चौधर दे भुखे होण करके, चाहे वो चंदू दे रूप विच सन, भगवान दास घेरड़ दे रूप विच सन, चाहे बाद दे विच सहब राय वर्गे चौधरी, हर भगत निरंजनीय वर्गे चौधरी, इत्थे तक कि लखपत राय, जसपत राय जिहड़े समय दी हुकूमत नाल मिले हुए सन। वैसे सतगुरां ने आसा दी वार विच भी जिक्र कीता है, खत्तरियां तां धर्म छोड़िया, मलेश भाखिया गही, सृष्ट सब एक वर्ण होई, धर्म की गत रही, अंतर पूजा पढ़ै कतेबां, संजम तुरकां भाई। गुरसिखो जे किते नितनेम दे नाल नाल जिवें सुखमनी साहिब दा पाठ पढ़दे हो, जे किते आसा दी वार पढ़ के उहदे अर्थ समझण दा यतन करो ते सतगुरां ने उस वेले दी दशा दा वर्णन कीता भी इत्थों दे खतरी अंदर खाते मुगलां नाल किवें मिले होए सन। गऊ ब्राह्मण कौ कर लावो, गोबर तरन ना जाई, छोडी ले पखंडा, नाम लया जाए तरंदा। नील बस्त्र पैर होवै परवान, अभाख्या का कुठा बकरा खाना, चौके उपर किसै न जाना। ये हालत बन चुकी सी। जदों हर भगत निरंजनीए नूं पुछिया जकरिया खान ने भी तू मुखबर है, चौधरी है, तैनूं बड़ा मान दिता, जगीरां दित्तियां, तू ये दस भी मैं सिखां दे सिरां दे मुੱਲ तक पा दिते, सिरां दे सिखां दे सिर कट के गड्ढे भर भर के मैं दिल्ली भेजे ने, मैं पाबंदी ला दिती है कि इन्हां दी कोई किरत ना चले, ये कितों कोई उगराई ना कर सकन, कोई होर वणज आदक ना कर सकन। मैनूं ये गल दस भी ये सिंह रिजक कित्थों खांदे ने। जदों ये पुछिया कि हर भगत निरंजनीए ने अगों ये क्या कहन लगे भी पूला नगर है एक माझे विच, जिथे भाई तारू सिंह जी जिहड़े छोटी अवस्था दे विच जदों उन्हां दे पिता जी काल चलाना कर गए तो उन्हां दी माता वालों भाई तारू सिंह जी नूं गुरु शब्द का सिद्धांत दृढ़ करवाया गया। परमात्मा की सिफत सलाह दियां लोरियां दित्तियां गईयां, जिवें अज दे पावन मुख विच पी तू है सलाहना प्यारे, पी तेरी सलाह। साहब कहंदे सिफत सलाह ही साडा जीवन सफल करन वाली है, ये भाव सागर तो तार सानू पार करन वाली है। भाई तारू सिंह होना दी माता ने जदों उन्हां नूं परमेश्वर की सिफत सलाह दे नाल जोड़िया ते हर भगत निरंजनी ने दसिया, कहन लगे वो खेती करते ने, धर्म की किरत करके वंड के छकते ने। उन्हां ने लंगर चलाया होया ते उस लंगर दे विचों कोई हिंदू कोई मुसलमान कोई भी आके प्रशादा छके, भाई साहब किसी नाल कोई वितकरा नहीं करते। यही कारण कि जदों पत्ता पत्ता सिंघां दा वैरी बन चुका है ते कोई हिंदू कोई मुसलमान मुखबरी करन लई तैयार नहीं कि भाई तारू सिंह की करते हैं। पर किन्ने गिरे हुए होणगे हर भगत निरंजनीय वर्गे जिहड़े मुखबरी कर रहे ने, कह रहे ने जे तुसीं सिखां दा नामो निशान मिटाउणा है ते भाई तारू सिंह नूं पहलां पकड़ के लाहौर विखे लिया के उन्हां ते तशद्दद करो। ये गलबात जिहड़ी जकरिया खान ते हर भगत निरंजनीय दे दरमियान होई, प्राचीन पंथ प्रकाश दे लिखारी भाई रतन सिंह भंगू जिन्हां दी कुल विच भाई महताब सिंह जी होए ने, भाई सुखा सिंह ते भाई महताब सिंह जिन्हां ने मस्से रंगड़ दा सिर कटिया सी। एक पंथ प्रकाश है जिहड़ा ज्ञानी ज्ञान सिंह होरां ने लिखिया, पर जिहड़ा प्राचीन पंथ प्रकाश है उहदे लिखारी ने भाई रतन सिंह जी भंगू ते उन्हां ने जिक्र कीता है कि नवाब मुलखयन को पूछियो, सिंह रिजक कहां ते खाए, न उगराई हालवाई न चाकरी बनज कमाए। हर भगत निरंजनीए जो फिर कही, पूलो पिंड एक माझे मही,
ਤਾਰੂ ਸਿੰਘ ਵੈ ਖੇਤੀ ਕਰੈ, ਸਾਥ ਪਿੰਡ ਵੈ ਹਾਲਾ ਭਰੈ। ਦੇ ਹਾਕਮ ਕਛ ਥੋੜਾ ਖਾਵੈ, ਬਚੇ ਸੋ ਸਿੰਘਨ ਪਾਸ ਪੁਚਾਵੈ। ਜਦੋਂ ਇਹ ਦੱਸਿਆ ਗਿਆ ਕਿ ਰਾਤ ਤੁਰੈ ਦਿਨ ਬਹਿ ਰਹੈ, ਤੁਰਕਨ ਆਖ ਬਚਾਏ, ਸਿਰ ਪਰ ਪੰਡ ਉਚਾਏ, ਕੈ ਸਿੰਘਨ ਪਾਸ ਪੁਚਾਏ। ਇਹ ਸੁਣ ਕੇ ਜ਼ਕਰੀਆ ਖਾਂ ਅੱਗ ਭਗੋਲਾ ਹੋ ਗਿਆ। ਉਹਨੇ ਸਿਪਾਹੀ ਭੇਜੇ ਤੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਵਾਸਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੀ ਧਰਤੀ ਤੇ ਲਿਆਂਦਾ ਗਿਆ। ਭਾਵੇਂ ਕਿ ਜਿਹੜੇ ਚੰਗੇ ਮੁਸਲਮਾਨ ਸਨ, ਚੰਗੇ ਹਿੰਦੂ ਸਨ, ਸਿੱਖਾਂ ਨਾਲ ਮਿਲ ਕੇ ਉਹਨਾਂ ਯਤਨ ਕੀਤੇ ਕਿ ਭਾਈ ਤਾਰੂ ਸਿੰਘ ਵਰਗੀ ਪਵਿੱਤਰ ਆਤਮਾ, ਇਹਨਾਂ ਨੂੰ ਬਚਾਉਣ ਲਈ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਪਰ ਮਾਲਕ ਦੇ ਭਾਣੇ ਵਿੱਚ, ਪ੍ਰਭੂ ਦੀ ਰਜ਼ਾ ਵਿੱਚ ਰਹਿਣ ਵਾਲੇ ਭਾਈ ਤਾਰੂ ਸਿੰਘ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਤੁਸੀਂ ਮੇਰੀ ਖਾਤਰ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ ਸੰਕਟ ਵਿੱਚ ਨਾ ਪਾਓ। 25 ਸਾਲ ਦੀ ਉਮਰ, ਜੰਗ, ਬਲੱਡ, ਚੜ੍ਹਦੀ ਜਵਾਨੀ। ਕਿਉਂਕਿ ਭਾਈ ਰਤਨ ਸਿੰਘ ਭੰਗੂ ਨੇ ਜਦੋਂ ਇਹ ਸਾਖੀ ਲਿਖੀ ਹੈ ਨਾ, ਉੱਥੇ ਲਿਖਿਆ ਸਾਖੀ ਭਾਈ ਤਾਰੂ ਸਿੰਘ ਭੁਜੰਗੀ, ਭਾਵ ਨੌਜਵਾਨ ਅਵਸਥਾ ਵਿੱਚ, ਜੋ ਅੱਜ ਸਾਡੇ ਨੌਜਵਾਨ ਬੱਚਿਆਂ ਵਾਸਤੇ ਇੱਕ ਮਾਰਗ ਦਰਸ਼ਨ ਹੈ। ਜਦੋਂ ਭਾਈ ਤਾਰੂ ਸਿੰਘ ਹੋਣਾ ਨੂੰ ਲਾਹੌਰ ਲਿਆਂਦਾ ਗਿਆ, ਜ਼ਕਰੀਆ ਖਾਨ ਨੇ ਕਿਹਾ, ਤੂੰ ਇਸਲਾਮ ਧਾਰਨ ਕਰ। ਭਾਈ ਸਾਹਿਬ ਨੇ ਕਿਹਾ ਵੀ ਜੇ ਇਸਲਾਮ ਧਾਰਨ ਕੀਤਿਆਂ ਮੈਂ ਕਦੇ ਮਰਾਂਗਾ ਨਹੀਂ, ਤੇ ਫਿਰ ਤਾਂ ਧਾਰਨ ਕਰਨਾ ਚਾਹੀਦਾ। ਤੇ ਜੇ ਧਰਮ ਬਦਲ ਕੇ ਫਿਰ ਵੀ ਮਰਨਾ ਤੇ ਕਿੰਨਾ ਚੰਗਾ ਹੋਵੇ ਬੰਦਾ ਆਪਣੇ ਧਰਮ ਵਿੱਚ ਪਰਪੱਕ ਰਹਿ ਕੇ ਮਰੇ। ਅੱਜ ਵੀ ਕੋਈ ਤੁਹਾਨੂੰ ਕਵੇ ਨਾ ਵੀ ਜੇ ਤੁਸੀਂ ਫਲਾਣੀ ਜਗ੍ਹਾ ਤੇ ਧਾਗਾ ਲੈਣ ਨਾ ਗਏ, ਟੂਣਾ ਕਰਵਾਉਣ ਨਾ ਗਏ, ਜੰਤਰ ਮੰਤਰ ਚੌਂਕੀ ਭਰਨ ਨਾ ਗਏ, ਤੇ ਤੁਹਾਡਾ ਤੇ ਬਿਮਾਰੀ ਨਾਲ ਅੰਤ ਹੋ ਜਾਣਾ। ਇੱਕੋ ਗੱਲ ਕਿਹਾ ਕਰੋ ਵੀ ਮੌਤ ਆਉਣੀ ਆਉਣੀ ਹੈ, ਪਰ ਗੁਰੂ ਤੋਂ ਬੇਮੁਖ ਹੋ ਕੇ ਨਹੀਂ ਆਪਾਂ ਮਰਨਾ। ਮਰਨਾ ਗੁਰੂ ਨਾਲ ਜੁੜ ਕੇ ਹੈ, ਤੇ ਜੇ ਗੁਰੂ ਨਾਲ ਜੁੜਿਆ ਮੌਤ ਆ ਜਾਵੇਗੀ ਤੇ ਸੱਚਮੁੱਚ ਮਰਨਾ ਵੀ ਸਫਲ ਹੋ ਜਾਵੇਗਾ। ਭਾਈ ਤਾਰੂ ਸਿੰਘ ਹੋਣਾ ਨੇ ਕਿਹਾ ਕਿ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਦੋਂ ਬਹਾਦਰ ਸ਼ਾਹ ਨੇ ਪੁੱਛਿਆ ਸੀ, ਤੁਹਾਡਾ ਮਜਬ ਖੂਬ ਕਿ ਸਾਡਾ ਖੂਬ, ਤੇ ਸਾਹਿਬ ਨੇ ਕਿਹਾ ਸੀ, ਤੁਹਾਡਾ ਤੁਹਾਨੂੰ ਖੂਬ, ਸਾਡਾ ਸਾਨੂੰ ਖੂਬ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ, ਜਿਵੇਂ ਔਰੰਗਜ਼ੇਬ ਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ। ਜਿਹੜਾ ਮਨੁੱਖ ਧਰਮ ਤਬਦੀਲ ਕਰ ਲੈਂਦਾ, ਜਿਹੜਾ ਧਰਮ ਦਾ ਨਹੀਂ ਬਣ ਸਕਦਾ, ਉਹਦਾ ਕੋਈ ਵਿਸ਼ਵਾਸ ਨਹੀਂ। ਜੇ ਭਾਈ ਤਾਰੂ ਸਿੰਘ ਹੋਣਾ ਨੂੰ ਕਈ ਤਰ੍ਹਾਂ ਦੇ ਡਰਾਵੇ, ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਇੱਥੇ ਤੱਕ ਵੀ ਕਿ ਭਾਵੇਂ ਅੱਜ ਅਸੀਂ ਪ੍ਰਸੰਗ ਪੜ੍ਹਦੇ ਹਾਂ ਚਰਖੜੀਆਂ ਤੇ ਚੜ੍ਹਨ ਵਾਲਾ, ਕਿ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ, ਪਰ ਦੂਜੇ ਹੋਰ ਸਿੱਖਾਂ ਨੂੰ ਵੀ ਇਹ ਡਰਾਵੇ ਦਿੱਤੇ ਜਾਂਦੇ ਸਨ। ਜਿਵੇਂ ਕਵੀਸ਼ਰ ਵੀਰ ਅੱਜ ਸਾਨੂੰ ਕਈ ਵਾਰ ਸੁਣਾਉਂਦੇ ਨੇ ਕਿ ਭਾਈ ਤਾਰੂ ਸਿੰਘ ਹੋਣਾ ਨੂੰ ਜ਼ਕਰੀਆ ਖਾਨ ਨੇ ਕਿਹਾ ਸੀ ਕਿ ਤੇਰਾ ਬੜਾ ਵੱਡਾ ਅਪਰਾਧ ਹੈ, ਤੂੰ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਤੇ ਇਹ ਗੱਲ ਪ੍ਰਵਾਨ ਕਰ ਲੈ, ਨਹੀਂ ਤਾਂ ਚਰਖੜੀ ਚਾੜ ਉਡਾ ਦੂੰ ਬਾਗੀ ਰਾਜ ਦਿਆ, ਸਿੰਘਾਂ ਨੂੰ ਛਕਾਵੇਂ ਰੋਟੀਆਂ। ਅੱਗੋਂ ਭਾਈ ਤਾਰੂ ਸਿੰਘ ਦਾ ਉੱਤਰ ਸੀ, ਆਏ ਗਏ ਦੀ ਸੇਵਾ ਕਰਨੀ ਪੈਂਦੀ ਹੈ, ਸਿੰਘਾਂ ਦਾ ਅਸੂਲ ਸੂਬਿਆ। ਜਦੋਂ ਭਾਈ ਤਾਰੂ ਸਿੰਘ ਨੇ ਕਿਹਾ ਕਿ ਚਲਾਏ ਹੋਏ ਲੰਗਰ ਵਿੱਚੋਂ ਕੋਈ ਵੀ ਪ੍ਰਸ਼ਾਦਾ ਛਕੇ, ਮੈਨੂੰ ਕੋਈ ਆਪਣਾ ਮਿੱਤਰ ਜਾਂ ਕੋਈ ਵੈਰੀ ਦਿਖਾਈ ਨਹੀਂ ਦਿੰਦਾ, ਮੇਰੀ ਬੜੀ ਨਿਰਮਲ ਭਾਵਨਾ ਹੈ। ਪਰ ਜ਼ਕਰੀਆ ਖਾਨ ਨੇ ਜਦੋਂ ਆਪਣੀ ਚੰਡਾਲ ਚੌਂਕੜੀ ਨਾਲ ਸਲਾਹ ਕਰਕੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਦੀ ਯੋਜਨਾ ਬਣਾਈ ਤੇ ਕਿਹਾ ਇਹਨਾਂ ਦੇ ਕੇਸ ਕਤਲ ਕੀਤੇ ਜਾਣ। ਭਾਈ ਤਾਰੂ ਸਿੰਘ ਹੋਣਾ ਨੇ ਕਿਹਾ, ਕੇਸ ਗੁਰੂ ਕੀ ਮੋਹਰ ਨੇ। ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦਿੱਤਾ ਸੀ, ਕੇਸ ਨਹੀਂ ਕਟਾਉਣੇ, ਟੋਪੀ ਨਹੀਂ ਪਹਿਨਣੀ, ਤੇ ਇੱਕ ਖੁਦਾ ਤੋਂ ਬਿਨਾਂ, ਇੱਕ ਰੱਬ ਤੋਂ ਬਿਨਾਂ ਕਦੇ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ, ਕਦੇ ਕਿਸੇ ਦੇ ਮੁਤਾਜ ਨਹੀਂ ਹੋਣਾ। ਕਾਜੀ ਰੁਕਨਦੀਨ ਨਾਲ ਹੋਈ ਗੱਲਬਾਤ ਵਿੱਚ ਜ਼ਿਕਰ ਹੈ ਕਿ ਸਾਬਤ ਸੂਰਤ ਰੱਬ ਦੀ ਭੰਨੈ ਬੇਈਮਾਨ, ਦਰਗਾਹ ਢੋਈ ਨਾ ਮਿਲੈ ਕਾਫਰ ਕੁੱਤਾ ਸ਼ੈਤਾਨ। ਰਹਿਤਨਾਮਿਆਂ ਵਿੱਚ ਜ਼ਿਕਰ ਆਉਂਦਾ ਹੈ ਵੀ ਹੋਵੇ ਗੁਰੂ ਕਾ ਸਿੱਖ ਤੇ ਕੇਸ ਕਟਾ ਕੇ ਟੋਪੀ ਪਹਿਨੇ ਬੜਾ ਵੱਡਾ ਗੁਨਾਹ। ਜਿਵੇਂ ਕਿਸੇ ਨੇ ਬੜਾ ਵੱਡਾ ਗੁਨਾਹ ਕੀਤਾ ਹੋਵੇ ਤੇ ਆਪਾਂ ਕਹਿੰਦੇ ਆ ਵੇਖੋ ਜੀ ਉਹਦੇ ਗੁਨਾਹ ਕਰਕੇ ਉਹਨੂੰ ਬੜੇ ਵੱਡੇ ਰੋਗ ਲੱਗ ਗਏ। ਰਹਿਤਨਾਮਿਆਂ ਵਿੱਚ ਜ਼ਿਕਰ ਆਉਂਦਾ, ਹੋਏ ਸਿੱਖ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ। ਹੋਵੇ ਸਿੱਖ ਤੇ ਸਿਰ ਤੇ ਟੋਪੀ ਪਹਿਨੇ, ਸੈਂਕੜੇ ਜਨਮ ਉਹਦੇ ਕੋੜ ਦੇ ਰੋਗੀ ਵਰਗੇ ਨੇ। ਇਸ ਕਰਕੇ ਗਰੀਬ ਨਵਾਜ਼ ਨੇ ਜਿਹੜਾ ਸਾਨੂੰ ਸਿੱਖੀ ਸਰੂਪ ਬਖਸ਼ਿਸ਼ ਕੀਤਾ ਹੈ ਨਾ, ਉਹਦੀ ਮਹਾਨਤਾ ਦ੍ਰਿੜ ਕਰਾਉਣ ਵਾਸਤੇ ਪਹਿਲਾ ਤਖਤ ਅਕਾਲ ਦੇ ਨਾਂ ਤੇ ਬਣਾਇਆ, ਅਕਾਲ ਤਖਤ। ਦੂਸਰਾ ਤਖਤ ਕੇਸਾਂ ਦੇ ਨਾਂ ਤੇ, ਤਖਤ ਸ੍ਰੀ ਕੇਸਗੜ੍ਹ ਸਾਹਿਬ। ਤੇ ਜੇ ਕਿਸੇ ਨੇ ਅਕਾਲ ਤਖਤ ਤੇ ਹਮਲਾ ਕੀਤਾ, ਅੱਜ ਤੱਕ ਉਹ ਸਾਡੀਆਂ ਅੱਖਾਂ ਵਿੱਚ ਜ਼ਾਲਮ ਹੈ।
ਤੇ ਸੱਚਮੁੱਚ ਜਦੋਂ ਨਾਈ ਦੀ ਕੈਂਚੀ ਸਾਡੇ ਬੱਚਿਆਂ ਦੇ ਸਿਰਾਂ ਤੇ ਕੇਸ ਕੱਟਣ ਲਈ ਚੱਲਦੀ ਏ, ਕੇਸਗੜ੍ਹ ਤੇ ਹਮਲਾ ਹੈ। ਅੱਜ ਕਿਹੜਾ ਕਿਹੜਾ ਸਿੱਖ ਕੇਸਗੜ੍ਹ ਤੇ ਹਮਲਾ ਕਰ ਰਿਹਾ, ਆਪਣੇ ਜੀਵਨ ਵਿੱਚ ਪੜਚੋਲ ਕਰੋ ਕਿ ਸੱਚਮੁੱਚ ਕੇਸਗੜ੍ਹ ਤੇ ਹਮਲਾ ਕਰਨ ਵਾਲਾ ਕਿੱਡਾ ਵੱਡਾ ਅਪਰਾਧੀ ਹੋਵੇਗਾ। ਕਿੰਨੀ ਸਿੱਖਾਂ ਦੀ ਕੇਸਾਂ ਦੀ ਮਹਾਨਤਾ ਹੈ। ਇੱਕ ਵਾਰ ਇੱਕ ਸਿੱਖਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੱਕ ਅੰਗਰੇਜ਼ ਮੈਡਮ ਨੇ ਕਿਹਾ ਸੀ, ਮੇਰੇ ਪਿਆਰੇ ਗੁਰਸਿੱਖੋ, ਤੁਹਾਡੇ ਸਿਰਾਂ ਤੇ ਜਿਹੜੇ ਕੇਸ ਨੇ ਇਹ ਮਾਮੂਲੀ ਵਾਲ ਨਹੀਂ, ਇਹ ਤਾਂ ਉਹ ਬਿਜਲੀ ਦੀਆਂ ਤਾਰਾਂ ਨੇ ਜਿਹੜਾ ਤੁਹਾਡਾ ਸਬੰਧ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਰ ਹਾਊਸ ਨਾਲ ਜੋੜਦੀਆਂ ਨੇ। ਜੇ ਝੱਖੜ ਚੱਲੇ, ਹਨੇਰੀ ਚੱਲੇ, ਤਾਰਾਂ ਟੁੱਟ ਜਾਣ, ਲੋਕਾਂ ਦੇ ਘਰਾਂ ਵਿੱਚ ਹਨੇਰਾ ਛਾ ਜਾਂਦਾ, ਲੋਕੀ ਤਿਲ ਮਿਲਾ ਉੱਠਦੇ ਨੇ ਵੀ ਸਾਡੀ ਟੁੱਟੀ ਤਾਰ ਜੁੜ ਜਾਵੇ। ਜੇ ਕਿਤੇ ਪਤਤ ਪੁਣੇ ਦੀ ਹਨੇਰੀ ਦੇ ਕਾਰਨ ਮਾਨੋ ਤਾਰਾਂ ਟੁੱਟ ਗਈਆਂ ਨੇ, ਸਾਡੇ ਜੀਵਨ ਵਿੱਚ ਹਨੇਰਾ ਛਾ ਗਿਆ, ਤੇ ਯਤਨ ਕਰੋ ਇਹ ਟੁੱਟੀਆਂ ਤਾਰਾਂ ਫਿਰ ਜੁੜ ਜਾਣ। ਉਸ ਅੰਗਰੇਜ਼ ਮੈਡਮ ਨੇ ਕਿਹਾ ਸੀ, ਮਾਈ ਡੀਅਰ ਸਿੱਖ ਜੈਂਟਲਮੈਨ, the cases of your head are not simply here, but these are those electric wires which attach to you Guru Gobind Singh Power House। ਇਹ ਉਹ ਤਾਰਾਂ ਨੇ ਜਿਹਦੇ ਨਾਲ ਤੁਹਾਡਾ ਗੁਰੂ ਨਾਲ ਸੰਬੰਧ ਜੁੜਦਾ, ਤੇ ਜੇ ਤਾਰਾਂ ਹੀ ਟੁੱਟ ਗਈਆਂ ਤੇ ਖਿਮਾ ਕਰਨਾ, ਬਾਕੀ ਸਭ ਕੁਝ ਖਤਮ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਭਾਈ ਨੰਦ ਲਾਲ ਸਿੰਘ ਜੀ ਨੂੰ ਸਿੱਖੀ ਦੀਆਂ ਨਿਸ਼ਾਨੀਆਂ ਦਸੀਆਂ ਸੀ, ਉਦੋਂ ਇਹ ਬਚਨ ਕਹੇ ਸਨ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਿਜ ਨਾ ਬਾਸ਼ਦ ਈ ਪੰਜ ਮਾਫ, ਕੜਾ ਕਾਰ ਦੋ ਕਸ਼ ਕੰਗਾ ਬਿਦਾ, ਬਿਨਾ ਕੇਸ਼ ਹੇਚ ਅਸਤ ਜੁਮਲਾ ਨਿਸ਼ਾਨ। ਭਾਈ ਸਾਹਿਬ ਜੀ ਨੂੰ ਜਿੱਥੇ ਇਹ ਕਿਹਾ ਗਿਆ ਕਿ ਇਹਨਾਂ ਦੇ ਕੇਸ ਕਤਲ ਕੀਤੇ ਜਾਣੇ ਨੇ, ਜਦੋਂ ਭਾਈ ਸਾਹਿਬ ਜੀ ਨੇ ਕਿਹਾ ਇਹ ਗੁਰੂ ਕੀ ਅਮਾਨਤ ਨੇ, ਅਮਾਨਤ ਵਿੱਚ ਖਿਆਨਤ ਨਹੀਂ, ਤੁਸੀਂ ਮੇਰੀ ਖੋਪੜੀ ਲਾ ਸਕਦੇ ਹੋ, ਪਰ ਮੈਂ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣਾ ਚਾਹੁੰਦਾ। ਜਦੋਂ ਨਾਈ ਦੀ ਕੈਂਚੀ ਭਾਈ ਤਾਰੂ ਸਿੰਘ ਦੇ ਕੇਸ ਨਾ ਕੱਟ ਸਕੀ, ਉਹਦਾ ਦ੍ਰਿੜ ਵਿਸ਼ਵਾਸ ਵੇਖ ਕੇ ਫਿਰ ਮੋਚੀ ਬੁਲਾਇਆ ਗਿਆ ਤੇ ਕਿਹਾ ਗਿਆ ਵੀ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਜਾਵੇ। ਜ਼ਕਰੀਆ ਖਾਨ ਨੇ ਬੜੇ ਅਪਸ਼ਬਦ ਵਰਤੇ, ਕਹਿਣ ਲੱਗੇ, ਮੈਂ ਆਪਣੇ ਪੈਰ ਦੀ ਜੁੱਤੀ ਨਾਲ ਤੇਰੇ ਸਿਰ ਦੇ ਕੇਸ ਉਡਾ ਦਿਆਂਗਾ, ਕਿਉਂਕਿ ਜਿਹੜੇ ਜ਼ਾਲਮ ਹੁੰਦੇ ਨੇ ਉਹ ਕੁਝ ਵੀ ਕਹਿ ਸਕਦੇ ਨੇ। ਪਰ ਸਹਿਜ ਸੁਭਾਏ ਗੁਰੂ ਕੇ ਬ੍ਰਹਮ ਗਿਆਨੀ ਗੁਰਸਿੱਖ ਨੇ ਬਚਨ ਕਹੇ, ਕਹਿਣ ਲੱਗੇ, ਕੀ ਪਤਾ ਵੀ ਤੂੰ ਆਪਣੇ ਪੈਰ ਦੇ ਜੋੜੇ ਨਾਲ ਮੇਰੇ ਸਿਰ ਦੇ ਕੇਸ ਉਡਾਉਣੇ ਨੇ, ਜਾਂ ਮੇਰੇ ਪੈਰ ਦੀ ਜੁੱਤੀ ਲੱਗ ਕੇ ਤੂੰ ਸੰਸਾਰ ਤੋਂ ਤੁਰਨਾ। ਕਹਿੰਦੇ ਇੱਕ ਪਾਸੇ ਭਾਈ ਤਾਰੂ ਸਿੰਘ ਦੇ ਸਿਰ ਦੀ ਖੋਪੜੀ ਉਤਾਰੀ ਗਈ, ਦੂਸਰੇ ਪਾਸੇ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਪਿਸ਼ਾਬ ਦਾ ਬੰਨ ਪੈਣ ਦੇ ਕਾਰਨ ਅੰਦਰ ਸੂਲ ਉੱਠਿਆ। ਭਾਈ ਸੁਬੇਗ ਸਿੰਘ ਹੋਣੀ ਜਿਹੜੇ ਸਰਕਾਰੀ ਤੌਰ ਤੇ ਠੇਕੇਦਾਰ ਸਨ, ਜਿਨ੍ਹਾਂ ਦੇ ਰਾਹੀਂ ਨਵਾਬੀ ਵੀ ਆਈ ਸੀ, ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਕਿਹਾ ਵੀ ਇੱਕੋ ਹੀ ਹੱਲ ਹੈ, ਜੇ ਖਾਲਸੇ ਪੰਥ ਤੋਂ ਭੁੱਲ ਬਖਸ਼ਾਈ ਜਾਵੇ। ਜਦੋਂ ਖਾਲਸੇ ਪੰਥ ਤੇ ਤੱਕ ਗੱਲ ਕਹੀ, ਉਹਨਾਂ ਕਿਹਾ ਵੀ ਇਹ ਭਾਈ ਤਾਰੂ ਸਿੰਘ ਦਾ ਦੋਸ਼ੀ ਹੈ, ਇਹਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੇ ਪੈਰਾਂ ਦੀਆਂ ਜਿਹੜੇ ਜੋੜੇ ਨੇ ਉਹ ਉਤਾਰ ਕੇ ਮਾਰੇ ਜਾਣ, ਫਿਰ ਇਹਦੀ ਖਲਾਸੀ ਹੋ ਸਕਦੀ ਹੈ। ਕਹਿਣ ਲੱਗੇ, ਜਦੋਂ ਸਿਰ ਵਿੱਚ ਜੁੱਤੀਆਂ ਵੱਜਣ ਲੱਗੀਆਂ ਜ਼ਕਰੀਆ ਖਾਨ ਦੇ ਤੇ ਪਿਸ਼ਾਬ ਦਾ ਬੰਨ ਖੁੱਲਿਆ, ਰਾਤ ਮਿਲੀ। ਲੋਕ ਤੇ ਇਹ ਕਹਿੰਦੇ ਨੇ ਵੀ ਕੋਈ ਜੁੱਤੀਆਂ ਨਾ ਮਾਰੇ, ਤੇ ਜ਼ਕਰੀਆ ਖਾਨ ਕਹਿ ਰਿਹਾ ਸੀ, ਜ਼ੋਰ ਨਾਲ ਮਾਰੋ, ਮੈਨੂੰ ਰਾਹਤ ਮਿਲ ਰਹੀ ਹੈ, ਰਿਲੀਫ ਮਿਲਦੀ ਹੈ। ਸਾਡੇ ਕਵੀਸ਼ਰ ਸੱਜਣ ਇਸ ਗੱਲ ਨੂੰ ਕਈ ਵਾਰ ਕਵੀਸ਼ਰੀ ਰਾਹੀਂ ਸਰਵਣ ਵੀ ਕਰਵਾਉਂਦੇ ਨੇ ਕਿ ਭਾਈ ਤਾਰੂ ਸਿੰਘ ਦੇ ਪੈਰਾਂ ਦਾ ਜੋੜਾ ਤਾੜ ਵੱਜਾ ਖਾਨ ਦੇ, ਜਦੋਂ ਵੱਜਿਆ ਪਿਸ਼ਾਬ ਆਇਆ ਖੁੱਲ ਕੇ, ਪਿਸ਼ਾਬ ਦਾ ਬੰਨ ਖੁੱਲ ਗਿਆ, ਤੇ ਭਾਈ ਤਾਰੂ ਸਿੰਘ ਹੋਣਾ ਦੇ ਸ਼ਹੀਦ ਹੋਣ ਤੋਂ ਪਹਿਲਾਂ ਜ਼ਕਰੀਆ ਖਾਨ ਇਵੇਂ ਕਈ ਤਰ੍ਹਾਂ ਦੇ ਕਸ਼ਟ ਸਹਾਰ ਕੇ ਦੁਨੀਆ ਤੋਂ ਤੁਰ ਗਿਆ। ਉਪਰੰਤ 1745 ਨੂੰ ਭਾਈ ਤਾਰੂ ਸਿੰਘ ਹੋਣਾ ਦੀ ਸ਼ਹਾਦਤ ਹੋਈ। ਭਾਈ ਤਾਰੂ ਸਿੰਘ ਹੋਣਾ ਨੇ ਆਪਣੇ ਪੈਰਾਂ ਦੀ ਜੁੱਤੀ ਦੇ ਅੱਗੇ ਜ਼ਕਰੀਆ ਖਾਨ ਨੂੰ ਲਾ ਕੇ ਤੋਰਿਆ ਔਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ऐसी शहादत ਨੂੰ ਵੇਖ ਕੇ ਕਹਿਣਾ ਬਣਦਾ है, जो आशिक हैं शहादत के वो जीना छोड़ देते हैं, खिलौना समझकर जिस्म को खुशी से फोड़ देते हैं, ना ताजो तख्त ना हूरों की हसरत, खुदा खुदाई भी दे तो उसको मोड़ देते हैं। ये गल कही सी भाई तारू सिंह ने भी शरीर मिट्टी है, ਇਹਦੇ ਅੰਦਰ ਜਿਹੜਾ ਜੋਤ ਹੈ परमात्मा ਦੀ, ਉਹ ਨੂਰ ਹੈ, ਆਤਮਾ ਨੂਰ ਹੈ। ਇਹ ਸਰੀਰ ਨੇ ਇੱਕ ਦਿਨ ਮਿੱਟੀ ਹੋਣਾ ਹੈ, ਪਹਿਲਾਂ ਵੀ ਮਿੱਟੀ ਸੀ, ਬਾਅਦ ਵਿੱਚ ਵੀ ਮਿੱਟੀ ਵਿੱਚ ਮਿਲਣਾ ਹੈ। ਪਰ ਇਸ ਤੋਂ ਪਹਿਲਾਂ ਕਿ ਸਰੀਰ ਮਿੱਟੀ ਵਿੱਚ ਮਿਲੇ,
ਮੇਰਾ ਸਿੱਖੀ ਸਿਦਕ ਨਿਭੇਗਾ, ਮੇਰਾ ਪ੍ਰਾਣ ਨਿਭੇਗਾ। ਕਹਿਣ ਲੱਗੇ ਤੁਸੀਂ ਅਨੇਕਾਂ ਡਰਾਵੇ ਦਿਓ, ਬ੍ਰਹਿਮੰਡ ਤਾਂ ਡੋਲ ਸਕਦਾ ਪਰ ਗੁਰੂ ਨਾਨਕ ਦਾ ਸਿੱਖ ਨਹੀਂ ਡੋਲੇਗਾ। ਕਹਿਣ ਲੱਗੇ ਮੇਰੇ ਅੱਗੇ ਰਾਜ ਭਾਗ, ਮੇਰੇ ਅੱਗੇ ਸਮਗਰੀ, ਮੇਰੇ ਅੱਗੇ ਕੁਬੇਰ ਦਰਵਾਜ਼ੇ ਖੋਲ ਦਵੇ, ਮਾਇਆ ਦਾ ਲਾਲਚ ਦੇ ਦਵੇ, ਤੁਸੀਂ ਬੇਗਮਾਂ ਦੇ ਡੋਲੇ, ਹੂਰਾਂ ਬਹਿਸ਼ਤ, ਪਰ ਇਹ ਸਾਰਾ ਕੁਝ ਵੇਖ ਕੇ ਮੇਰਾ ਚਿੱਤ ਡੋਲੇਗਾ ਨਹੀਂ, ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇਗੀ। ਕਿਸੇ ਕਵੀ ਨੇ ਲਿਖਿਆ ਕਿ ਭਾਈ ਤਾਰੂ ਸਿੰਘ ਹੋਣਾ ਨੇ ਕਿਹਾ ਸੀ ਕਿ ਧਰਮ ਕੇ ਹੇਤ ਸ਼ਰੀਰ ਮੇਰਾ, ਪ੍ਰਾਣ ਪਾਲ ਕੇ ਖਾਕ ਕੇ ਸਾਥ ਮਿਲੇਗਾ। ਧਰਮ ਤੇ ਚਿੱਤ ਅਡੋਲ ਖੜਾ, ਬ੍ਰਹਿਮੰਡ ਹਿੱਲੇ ਪਰ ਇਹ ਨਹੀਂ ਹਿੱਲੇਗਾ। ਸਾਜੋ ਸਮਾਨ ਤਰਲੋਕੀ ਕੋ ਰਾਜ, ਕੁਬੇਰ ਕੀ ਮਾਇਆ ਕਾ ਦਵਾਰ ਖੁੱਲੇਗਾ। ਇਤੀ ਵਿਭੂਤੀ ਕੋ ਦੇਖ ਨਾ ਤਾਰੂ ਮਰਗਿੰਦ ਕਾ ਚਿੱਤ ਡੁੱਲੇਗਾ। ਸੋ ਅੱਜ ਦੇ ਦਿਨ ਭਾਈ ਤਾਰੂ ਸਿੰਘ ਹੋਣਾ ਦੀ ਸ਼ਹਾਦਤ ਹੋਈ ਲਾਹੌਰ ਦੀ ਧਰਤੀ ਤੇ, ਜਿੱਥੇ ਨਖਾਸ ਚੌਂਕ ਦੇ ਵਿੱਚ ਸ਼ਹੀਦਗੰਜ ਬਣਿਆ ਨਾ, ਦਾ ਜਦੋਂ 2012 ਵਿੱਚ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਸੀ, ਉੱਥੋਂ ਦੀਆਂ ਸੰਗਤਾਂ ਨੇ ਲਾਹੌਰ ਵਿਖੇ ਉਹ ਵੀ ਅਸਥਾਨ ਸਾਨੂੰ ਦਰਸ਼ਨ ਕਰਵਾਏ ਸਨ, ਜਿੱਥੇ ਭਾਈ ਮਨੀ ਸਿੰਘ ਹੋਣਾ ਦਾ ਜਿੱਥੇ ਸ਼ਹੀਦੀ ਹੋਈ ਬੰਦ ਕੱਟ ਕੇ, ਭਾਈ ਤਾਰੂ ਸਿੰਘ ਹੋਣਾ ਦਾ ਸ਼ਹੀਦਗੰਜ ਜਿਹੜਾ ਅੱਜ ਵੀ ਇੱਕ ਪ੍ਰੇਰਨਾ ਦਾ ਸਰੋਤ ਹੈ ਕਿ ਸਿੱਖੀ ਦੇ ਵਿੱਚ ਕੇਸ ਜਿਹੜੇ ਨੇ ਬੜੇ ਅਨਿਖੜਵੇਂ ਨੇ। ਜਿੱਥੇ ਕੇਸ ਪੰਜਾਂ ਕਕਾਰਾਂ ਵਿੱਚ ਸ਼ਾਮਲ ਨੇ, ਉੱਥੇ ਕੇਸ ਕਤਲ ਹੋ ਜਾਣ ਤੇ ਬੱਜਰ ਕੁਰੈਤ ਹੋ ਜਾਂਦੀ ਹੈ, ਸਿੱਖੀ ਤੋਂ ਖਾਰਜ ਮੰਨਿਆ ਜਾਂਦਾ ਹੈ। ਇਸ ਕਰਕੇ ਜਿਵੇਂ ਸਾਰੇ ਲੋਕ ਆਪੋ ਆਪਣੇ ਧਰਮ ਵਿੱਚ ਪਰਪੱਕ ਨੇ, ਗੁਰਸਿੱਖਾਂ ਨੂੰ ਵੀ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਚਾਹੀਦਾ। ਨਹੀਂ ਤੇ ਕਦੇ ਸੋਚ ਕੇ ਵੇਖਿਓ ਕਿ ਸਾਡੀ ਕਿਹੜੀ ਗਤੀ ਹੋਵੇਗੀ, ਵੀ ਸਿੱਖ ਆਪਾਂ ਰਹੇ ਕੋਈ ਨਹੀਂ ਤੇ ਸਾਡਾ ਕਲਿਆਣ ਹੋਵੇਗਾ ਕਿਵੇਂ। ਸਤਿਗੁਰੂ ਕਿਰਪਾ ਕਰਨ, ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਬਤ ਸੂਰਤ, ਇਸੇ ਤਰ੍ਹਾਂ ਗੁਰੂ ਕਾ ਸਿੱਖ ਵੀ ਸਾਬਤ ਸੂਰਤ ਹੋਵੇ ਆਪਣੇ ਘਰਾਂ ਵਿੱਚ। ਅੱਜ ਲੋੜ ਹੈ, ਕਿਉਂਕਿ ਪੰਜਾਬ ਦੀ ਧਰਤੀ ਤੇ ਜਿੱਥੇ ਵਿਦੇਸ਼ੀ ਹਮਲੇ ਹੋ ਰਹੇ ਨੇ, ਉੱਥੇ ਨਸ਼ਿਆਂ ਵਰਗੇ ਹਮਲੇ, ਅਸ਼ਲੀਲ ਅਖਾੜੇ ਔਰ ਇਸ ਤਰ੍ਹਾਂ ਦੀ ਪਤਤ ਪੁਣੇ ਦੀ ਲਹਿਰ ਚਲਾ ਕੇ ਕਿਹਾ ਜਾ ਰਿਹਾ ਹੈ ਵੀ ਜਿਵੇਂ ਹੋ ਸਕੇ ਸਿੱਖੀ ਨੂੰ ਖਤਮ ਕੀਤਾ ਜਾਵੇ। ਅੱਜ ਜਦੋਂ ਪੰਜਾਬ ਦੀ ਧਰਤੀ ਤੇ ਘਰ ਘਰ ਵਿੱਚ ਸਿਵੇ ਬਲ ਰਹੇ ਨੇ, ਤੇ ਉਹੀਓ ਲੋਕ ਜਿਹੜੇ ਕਦੇ ਮੈਸੇਜ ਦਿੰਦੇ ਸਨ ਕਿ ਇਸ ਧਰਤੀ ਤੇ ਨਸ਼ਿਆਂ ਦਾ ਦੌਰ, ਅੱਜ ਉਹ ਉਲਟਾ ਲਿਖਣ ਲਈ ਮਜਬੂਰ ਹੋ ਗਏ ਨੇ ਵੀ ਇਹ ਪੰਜਾਬ ਦੀ ਧਰਤੀ ਤੇ ਨਸ਼ੇ ਨਹੀਂ ਹੋਣੇ ਚਾਹੀਦੇ, ਇੱਥੇ ਪਤਤਪੁਣਾ ਨਹੀਂ ਹੋਣਾ ਚਾਹੀਦਾ, ਇੱਥੇ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨਹੀਂ, ਕਿਉਂਕਿ ਉਹਨਾਂ ਦੀ ਵੀ ਪਾਪ ਕੰਬ ਗਏ ਨੇ। ਉਹਨਾਂ ਨੇ ਵੀ ਇਸ ਤਰ੍ਹਾਂ ਉਕਸਾਇਆ ਨੌਜਵਾਨ ਬੇਟੀਆਂ ਨੂੰ, ਬੱਚਿਆਂ ਨੂੰ, ਕਿ ਉਹ ਅਸ਼ਲੀਲਤਾ ਵੱਲ ਤੁਰ ਪਏ, ਨਸ਼ਿਆਂ ਵੱਲ ਤੁਰ ਪਏ, ਤੇ ਮਾਂ ਪਿਓ ਨੇ ਫਿਰ ਖਫਾ ਹੋ ਕੇ ਲੜਕੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਅੱਜ ਉਹ ਲਿਖਾਰੀ ਵੀ ਜਿਹੜੇ ਅਸ਼ਲੀਲਤਾ ਭਰੇ ਲਿਖ ਕੇ ਲੋਕਾਂ ਨੂੰ ਅਸ਼ਲੀਲਤਾ ਵਾਲੇ ਪਾਸੇ ਜੋੜਨ ਦਾ ਯਤਨ ਕਰਦੇ ਸਨ, ਅੱਜ ਉਹ ਇਸ ਪੰਜਾਬ ਦੀ ਧਰਤੀ ਦੀ ਸੁੱਖ ਮੰਗਣ ਵਾਸਤੇ, ਸਹੀ ਲਿਖਣ ਵਾਸਤੇ ਆਪਣੀ ਕਲਮ ਨੂੰ ਇੱਧਰ ਮੋੜ ਰਹੇ ਨੇ। ਕਿਉਂਕਿ ਉਹਨਾਂ ਨੂੰ ਵੀ ਪਤਾ ਜੋ ਭਰੂਣ ਹੱਤਿਆ ਹੋਈ ਹੈ, ਜੋ ਨਸ਼ਿਆਂ ਕਾਰਨ ਘਰ ਘਰ ਸਿਵੇ ਬਲੇ ਨੇ, ਉਹਨਾਂ ਮਾਵਾਂ ਤੇ ਉਹਨਾਂ ਦੇ ਪਿਤਾ ਵੱਲੋਂ ਜਿਹੜੇ ਚੀਕ ਚਿਹਾੜੇ ਨੇ, ਉਹ ਵੱਧ ਦਵਾਵਾਂ ਉਹਨਾਂ ਨੂੰ ਵੀ ਲੱਗਣਗੀਆਂ ਜਿਨ੍ਹਾਂ ਨੇ ਸਾਰਾ ਕੁਝ ਪੰਜਾਬ ਦੀ ਧਰਤੀ ਨੂੰ ਖਤਮ ਕਰਨ ਵਾਸਤੇ ਕੀਤਾ। ਆਪਾਂ ਸੁਚੇਤ ਹੋਈਏ। ਆ ਵੇਖੋ ਹੁਣ ਸਾਦੇ ਢੰਗ ਨਾਲ ਵਿਆਹ ਹੋ ਰਹੇ ਨੇ ਨਾ, ਅੱਗੋਂ ਪਿੱਛੋਂ ਇੰਨਾ ਭੁੜਕਣ ਦਾ ਕੀ ਫਾਇਦਾ, ਡੀਜੇ ਵਜਾਉਣੇ, ਨਸ਼ਿਆਂ ਦੇ ਦੌਰ ਚਲਾਉਣੇ, ਅਸ਼ਲੀਲ ਅਖਾੜੇ ਲਾਉਣੇ। ਜਿਵੇਂ ਹੁਣ ਕੁਝ ਸੀਮਤ ਗਿਣਤੀ ਤੱਕ ਤੁਸੀਂ ਜਾਂਦੇ ਹੋ ਤੇ ਬੱਚਿਆਂ ਨੂੰ ਵਿਆਹ ਕੇ ਘਰੇ ਲੈ ਆਉਂਦੇ ਹੋ, ਕਿੰਨਾ ਚੰਗਾ ਹੋਵੇ ਕਿ ਇਵੇਂ ਗੁਰੂ ਦੀਆਂ ਅਸੀਸਾਂ ਦੇ ਸਦਾ ਹੀ ਆਪਾਂ ਪਾਤਰ ਬਣੀਏ। ਦਾਜ ਦਹੇਜ ਹੋਰ ਜਿਹੜੇ ਭਿਆਨਕ ਮਾਰੂ ਹਮਲੇ ਨੇ, ਉਹਨਾਂ ਤੋਂ ਆਪਾਂ ਆਪਣੇ ਆਪ ਨੂੰ ਬਚਾਈਏ। ਸਤਿਗੁਰੂ ਕਿਰਪਾ ਕਰਨ। ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁਖ ਵਾਕ ਦੀ ਵਿਚਾਰ ਅੱਗੇ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਇਹ ਪਾਵਨ ਅੰਮ੍ਰਿਤਮਈ ਬਚਨ ਸਿੱਖ ਧਰਮ ਦੇ ਬਾਨੀ ਜਾਹਰ ਪੀਰ ਜਗਤ ਗੁਰੂ ਨਾਨਕ ਸਾਹਿਬ ਉਹਨਾਂ ਦੇ ਉਚਾਰਨ ਕੀਤੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 637 ਤੇ 66 ਰਾਗ ਵਿੱਚ ਸ਼ੋਭਨੀਕ ਹਨ। ਜਿਨੇ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਇਹ ਭਾਈ ਜਿਨ੍ਹਾਂ ਨੇ, ਇਹ ਪਿਆਰੇ
ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ, ਭਾਵ ਗੁਰੂ ਦਾ ਹੁਕਮ ਮੰਨਿਆ, ਗੁਰੂ ਦੇ ਚਰਨਾਂ ਨਾਲ ਆਪਣੀ ਲਿਵ ਜੋੜੀ, ਗੁਰੂ ਦੇ ਜਿਹੜੇ ਅਨੁਸਾਰੀ ਹੋ ਗਏ ਉਹ ਆਪ ਹੀ ਨਹੀਂ ਤਰੇ, ਉਹਨਾਂ ਦੇ ਸੰਗੀ ਸਾਥੀ ਵੀ ਚੰਗੀ ਸੰਗਤ ਕਰਕੇ ਤਰ ਗਏ। ਕਿਉਂਕਿ ਜੇ ਮਾੜੀ ਸੰਗਤ ਹੋਵੇਗੀ ਤੇ ਡੁੱਬਾਂਗੇ, ਤੇ ਚੰਗੀ ਸੰਗਤ ਦੇ ਕਾਰਨ ਉਹ ਆਪ ਤੇ ਤਰਦੇ ਹੀ ਨੇ। ਆਪ ਤਰਨ ਤਰੇਨ ਸਿਰਠਾ, ਹੋਰਨਾਂ ਦਾ ਵੀ ਪਾਰ ਉਤਾਰਾ ਕਰ ਜਾਂਦੇ ਹਨ। ਤਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਇਹ ਪਿਆਰੇ ਜਿਹੜੇ ਆਪਣੀ ਰਸਨਾ ਤੋਂ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਚੱਖਦੇ ਨੇ ਨਾ, ਉਹਨਾਂ ਦੇ ਅਧਿਆਤਮਿਕ ਜੀਵਨ ਵਿੱਚ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਿਓਂ ਪ੍ਰਗਟ ਜਾਏ, ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਜਿਹੜੇ ਪਰਮਾਤਮਾ ਦੇ ਡਰ ਤੋਂ ਬਿਨਾਂ ਨੇ, ਉਹ ਵਿਕਾਰਾਂ ਦਾ ਭਾਰ ਆਪਣੇ ਸਿਰ ਤੇ ਚੁੱਕੀ ਫਿਰਦੇ ਨੇ। ਇਸ ਕਰਕੇ ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਉਹ ਡੁੱਬ ਗਏ ਕਿਉਂਕਿ ਬੂਢੇ ਭਾਰੇ, ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਜੀ ਉਹਨਾਂ ਵਿੱਚੋਂ ਵੀ ਕੋਈ ਮਨਮੁਖਤਾਈ ਛੱਡ ਕੇ ਪਰਮਾਤਮਾ ਦੀ ਨਦਰੇ ਕਰਮ ਦੇ ਪਾਤਰ ਬਣ ਜਾਣ, ਤੇ ਪਰਮਾਤਮਾ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਪੀ ਤੂੰ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ। ਇਸ ਕਰਕੇ ਸਦਾ ਹੀ हे ਪਿਆਰੇ ਪ੍ਰਭੂ, ਤੈਨੂੰ ਸਲਾਉਣਾ ਚਾਹੀਦਾ ਹੈ, ਤੇਰੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਬਿਨ ਬੋਹਿਤ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਜਿਵੇਂ ਦੁਨਿਆਵੀ ਤੌਰ ਤੇ ਜਹਾਜ਼ ਤੋਂ ਬਿਨਾਂ ਡੁੱਬ ਜਾਈਦਾ, ਤਰਨ ਵਾਸਤੇ ਪਾਰ ਹੋਣ ਲਈ ਜਹਾਜ਼ ਚਾਹੀਦਾ, ਇਸੇ ਤਰ੍ਹਾਂ ਪਰਮਾਤਮਾ ਦੇ ਚਰਨ ਰੂਪੀ ਬੋਹਿਤ, ਗੁਰੂ ਰੂਪੀ ਜਹਾਜ਼ ਤੋਂ ਬਿਨਾਂ ਇਸ ਭਵ ਸਾਗਰ ਵਿੱਚ ਡੁੱਬ ਜਾਈਦਾ। ਕਿਉਂਕਿ ਗੁਰ ਜਹਾਜ਼ ਗੁਰੂ ਜਹਾਜ਼ ਦੀ ਤਰ੍ਹਾਂ ਹੈ। ਤੇ ਸਾਹਿਬ ਕਹਿ ਰਹੇ ਨੇ ਜਿਵੇਂ ਬਿਨ ਬੋਹਿਤ ਜਹਾਜ਼ ਤੋਂ ਬਿਨਾਂ ਡੁੱਬ ਜਾਈਦਾ, ਇਸੇ ਤਰ੍ਹਾਂ ਭਵ ਸਾਗਰ ਦੇ ਵਿੱਚ ਵੀ ਜਦੋਂ ਅਸੀਂ ਗੁਰੂ ਤੋਂ ਬਿਨਾਂ ਤਰਨ ਦਾ ਯਤਨ ਕਰਦੇ ਹਾਂ, ਸਾਹਿਬ ਕਹਿੰਦੇ ਨਹੀਂ, ਬਾਝ ਗੁਰੂ ਡੁੱਬਾ ਜਗ ਸਾਰਾ, ਕੰਦੀ ਪਾਏ ਕਹਾ। ਫਿਰ ਮਨੁੱਖ ਕੰਢਾ ਕਿਵੇਂ, ਭਾਵ ਕਿੱਥੇ ਪ੍ਰਾਪਤ ਕਰੇ, ਇਹਨੂੰ ਪਾਰਲਾ ਪਾਸਾ ਪ੍ਰਾਪਤ ਨਹੀਂ ਹੁੰਦਾ, ਇਹ ਅੱਧ ਵਿਚਕਾਰ ਡੁੱਬ ਜਾਂਦੇ ਹਨ। ਰਹਾਉ ਇਹਨਾਂ ਪਾਵਨ ਤੁਕਾਂ ਵਿੱਚ ਸਤਿਗੁਰੂ ਜੀ ਨੇ ਰਹਾਉ ਭਾਵ ਸ਼ਬਦ ਦਾ ਅੰਤਰੀਵ ਭਾਵ ਅੰਕਿਤ ਕੀਤਾ। ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ। ਇਹ ਭਾਈ ਸਦਾ ਸਲਾਉਣ ਜੋਗ ਉਸ ਪ੍ਰਭੂ ਨੂੰ ਸਲਾਉਣਾ ਚਾਹੀਦਾ, ਜਿਹਦੇ ਵਰਗਾ ਹੋਰ ਦੂਜਾ ਕੋਈ ਨਹੀਂ ਹੈ। ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ। ਜਿਹੜੇ ਮੇਰੇ ਪ੍ਰਭੂ ਨੂੰ ਸਲਾਉਂਦੇ ਨੇ ਇਹ ਪਿਆਰੇ, ਉਹ ਭਲੇ ਨੇ, ਚੰਗੇ ਭਾਗਾਂ ਵਾਲੇ ਨੇ, ਨੇਕ ਪੁਰਸ਼ ਨੇ, ਨੇਕ ਇਨਸਾਨ, ਨੇਕ ਉਹ ਇਸਤਰੀਆਂ ਪੁਰਸ਼ ਹਨ, ਭਾਵ ਪਰਮਾਤਮਾ ਦੇ ਨੇਕ ਜੀਵ ਨੇ, ਜਿਹੜੇ ਗੁਰੂ ਦੇ ਸ਼ਬਦ ਵਿੱਚ ਆਪਣੀ ਲਿਵ ਜੋੜ ਕੇ ਸਦਾ ਪਰਮੇਸ਼ਰ ਦੇ ਪਿਆਰ ਰੂਪੀ ਰੰਗ ਵਿੱਚ ਰੰਗੇ ਰਹਿੰਦੇ ਹਨ। ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ। ਜੇ ਕਿਤੇ ਇਹ ਪਿਆਰੇ, ਇਹ ਭਾਈ, ਉਹਨਾਂ ਦੀ ਸੰਗਤ ਮੈਨੂੰ ਮਿਲੇ ਜਿਹੜੇ ਪਰਮਾਤਮਾ ਦੇ ਨਾਮ ਰੂਪੀ ਤਤ ਨੂੰ ਮਥਨ ਕਰਕੇ ਰਿੜ ਕੇ ਉਥੋਂ ਉਹਦੇ ਵਿੱਚੋਂ ਮੂਲ ਰੂਪੀ ਪਰਮਾਤਮਾ ਨਾਲ ਜੁੜਦੇ ਨੇ, ਪਰਮਾਤਮਾ ਦਾ ਰਸ ਜ਼ਿੰਦਗੀ ਵਿੱਚ ਗ੍ਰਹਿਣ ਕਰਦੇ ਹਨ। ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ। ਇਸ ਭਾਵ ਸਾਗਰ ਵਿੱਚੋਂ ਤਰਨ ਲਈ ਪਰਮੇਸ਼ਰ ਦਾ ਸੱਚਾ ਨਾਮ ਹੀ ਅਸਲ ਵਿੱਚ ਰਾਹਦਾਰੀ ਹੈ। ਪਰਮੇਸ਼ਰ ਦਾ ਸੱਚਾ ਨਾਮ ਹੀ ਉਸ ਰਾਹਦਾਰੀ ਪਰਵਾਨੇ ਉੱਪਰ ਲੱਗਾ ਹੋਇਆ ਨਿਸ਼ਾਨ ਭਾਵ ਮੋਹਰ ਹੈ। ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੇ ਹੁਕਮ ਪਛਾਣ। ਜਿਹੜਾ ਜੀਵ ਵੀ ਸੰਸਾਰ ਤੇ ਆਇਆ, ਇੱਥੋਂ ਉਹਨੇ ਸੱਚੇ ਨਾਮ ਦਾ ਪਰਵਾਨਾ ਲਿਖ ਕੇ ਲੈ ਕੇ ਜਾਣਾ ਹੈ। ਇਸ ਕਰਕੇ ਇਹ ਭਾਈ ਪਰਮੇਸ਼ਰ ਦੇ ਉਹ ਜੋ ਹੁਕਮੀ ਹਾਕਮ ਹੈ, ਉਹਦੇ ਹੁਕਮ ਨੂੰ ਸਮਝਣਾ ਚਾਹੀਦਾ ਹੈ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ। ਪਰ ਗੁਰੂ ਤੋਂ ਬਿਨਾਂ ਇਸ ਹੁਕਮ ਦੀ ਪਹਿਚਾਨ ਨਹੀਂ ਆਉਂਦੀ, ਤੇ ਜਿਹੜੇ ਇਸ ਹੁਕਮ ਨੂੰ ਬੁੱਝ ਲੈਂਦੇ ਨੇ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਫਿਰ ਉਹ ਹੰਕਾਰ ਨਹੀਂ ਕਰਨਗੇ। ਉਹਨਾਂ ਨੂੰ ਪਤਾ ਹੈ ਕਿ ਸੱਚਮੁੱਚ ਅਸੀਂ ਹੁਕਮ ਵਿੱਚ ਹੀ
ਜਗਤ ਵਿੱਚ ਆਏ ਆ, ਹੁਕਮ ਵਿੱਚ ਹੀ ਸਵਾਸ ਲੈ ਰਹੇ ਆ, ਹੁਕਮ ਵਿੱਚ ਹੀ ਤੁਰ ਜਾਣਾ ਹੈ। ਸਭ ਕਹਿ ਰਹੇ ਨੇ ਜਿਹੜੇ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਜੁੜ ਗਏ ਉਹਨਾਂ ਨੂੰ ਪ੍ਰਭੂ ਦਾ ਸਿਮਰਨ ਹੀ ਅਸਲ ਵਿੱਚ ਸੱਚਾ ਤਾਣ, ਸੱਚਾ ਬਲ ਪ੍ਰਾਪਤ ਹੁੰਦਾ ਹੈ। ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਦਰ ਮਝਾਰ। ਹੁਕਮ ਦੇ ਰਾਹੀਂ ਹੀ ਜੀਵ ਮਾਤਾ ਦੇ ਗਰਭ ਵਿੱਚ ਟਿਕਦਾ ਹੈ ਤੇ 10 ਮਹੀਨੇ ਉੱਥੇ ਨਿਵਾਸ ਕਰਦਾ ਹੈ। ਹੁਕਮੈ ਅੰਦਰ ਜੰਮਿਆ ਪਿਆਰੇ, ਉਦ ਸਿਰ ਕੈ ਭਾਰ। ਸਿਰ ਥੱਲੇ ਨੂੰ ਤੇ ਪੈਰ ਉੱਪਰ ਨੂੰ ਉਲਟਾ ਲਟਕਿਆ ਹੋਇਆ ਸੀ ਤੇ ਹੁਕਮ ਰਾਹੀਂ ਹੀ ਫਿਰ ਜਨਮ ਲੈ ਕੇ ਸੰਸਾਰ ਤੇ ਆਇਆ। ਅਸੀਂ ਪੜ੍ਹਦੇ ਹਾਂ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰ, ਸਾਹ ਸਾਹ ਸਿਮਰੰਤ ਨਾਨਕ ਮਹਾ ਅਗਨਾ ਬਿਨਾਸਨੰ। ਮੁਖ ਤਲੈ ਪੈਰ ਉਪਰੇ, ਵਸੰਦੋ ਕੋਥੜਾ ਥਾਏ, ਨਾਨਕ ਸੋ ਧਣੀ ਕਿਉ ਵਸਾਰਿਓ ਉਧਰੈ ਜਿਸ ਦਾ ਨਾਈ। ਸਭ ਕਹਿੰਦੇ ਜਦੋਂ ਮਾਤਾ ਦੇ ਪੇਟ ਵਿੱਚ ਉਲਟਾ ਲਟਕਿਆ ਹੋਇਆ ਸੀ ਤੇ ਫਿਰ ਇਹਦਾ ਹੁਕਮ ਵਿੱਚ ਹੀ ਜਨਮ ਹੋਇਆ। ਗੁਰਮੁਖ ਦਰਗਹ ਜਾਣੀਐ ਪਿਆਰੇ, ਚੱਲੈ ਕਾਰਜ ਸਾਰ। ਜਿਹੜੇ ਗੁਰੂ ਦੇ ਅਨੁਸਾਰੀ ਹੋ ਜਾਂਦੇ ਨੇ ਉਹ ਆਪਣੇ ਜੀਵਨ ਮਨੋਰਥ ਦਾ ਕਾਰਜ ਸਵਾਰ ਕੇ ਤੁਰਦੇ ਨੇ। ਫਿਰ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਮਾਨੋ ਸਨਮਾਨ ਮਿਲਦਾ, ਆਦਰ ਮਿਲਦਾ। ਰੇ ਰੇ ਦਰਗਹਿ ਕਹੈ ਨ ਕੋਊ, ਆਓ ਬੈਠ ਆਦਰ ਸ਼ੁਭ ਦੇਉ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਦ ਜਾਏ। ਕਿਉਂਕਿ ਸਮਝ ਆ ਜਾਂਦੀ ਹੈ ਕਿ ਹੁਕਮ ਵਿੱਚ ਹੀ ਜੀਵ ਸੰਸਾਰ ਤੇ ਆਉਂਦਾ ਤੇ ਹੁਕਮ ਵਿੱਚ ਹੀ ਜੀਵ ਤੁਰੇ ਜਾ ਰਹੇ ਨੇ ਸੰਸਾਰ ਤੋਂ। ਹੁਕਮੇ ਬਨ ਚਲਾਈਐ ਪਿਆਰੇ, ਮਨ ਮੁਖ ਲਹੈ ਸਜਾਏ। ਹੁਕਮ ਦੇ ਵਿੱਚ ਹੀ ਮਨ ਮੁਖ ਨੂੰ ਬੰਨ ਕੇ ਇੱਥੋਂ ਲਿਜਾਇਆ ਜਾਂਦਾ ਹੈ। ਕਿਉਂਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਭਾਈ ਤਾਰੂ ਸਿੰਘ ਤੇ ਆਪੇ ਹੀ ਤੁਰ ਪਏ, ਪਰ ਜ਼ਕਰੀਆ ਖਾਨ ਨੂੰ ਬੰਨ ਕੇ ਲਿਜਾਇਆ ਗਿਆ, ਜੁੱਤੀਆਂ ਦੀ ਮਾਰ ਮਾਰ ਕੇ ਤੋਰਿਆ ਗਿਆ ਇੱਥੋਂ। ਅੱਗੇ ਵੀ ਉਹਦੀ ਇਹੀ ਹਾਲਤ ਹੋਈ, ਕਿਉਂਕਿ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਉੱਥੇ ਫਿਰ ਥਾਂ ਨਾ ਹੋਈ ਪਾਉਂਦੀ, ਹੁਣ ਸੁਣਿਆ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ ਕਿ ਉਹਨੂੰ ਬੰਨ ਕੇ ਇੱਥੋਂ ਲਿਜਾਇਆ ਜਾਂਦਾ ਹੈ ਤੇ ਫਿਰ ਮਨਮੁਖ ਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਮਿਲਦੀਆਂ ਹਨ। ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹ ਪੈਦਾ ਜਾਏ। ਇਹ ਪਿਆਰੇ ਜਿਹੜੇ ਹੁਕਮ ਦੇ ਵਿੱਚ ਸ਼ਬਦ ਦੁਆਰਾ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ, ਭਾਵ ਮਾਲਕ ਦੇ ਹੁਕਮ ਨੂੰ ਪਹਿਚਾਣ ਲੈਂਦੇ ਨੇ, ਉਹਨਾਂ ਨੂੰ ਫਿਰ ਦਰਗਾਹ ਦੇ ਵਿੱਚ ਪਹਿਨਾਇਆ ਜਾਂਦਾ ਹੈ, ਭਾਵ ਸਨਮਾਨ ਦਿੱਤਾ ਜਾਂਦਾ ਹੈ, ਆਦਰ ਮਿਲਦਾ ਹੈ। ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉ ਮੈਂ ਦੋਏ। ਹੁਕਮ ਵਿੱਚ ਹੀ ਕਿਤੇ ਜੀਵ ਮਾਇਆ ਦੀ ਗਿਣਤੀ ਮਿਣਤੀ ਵਿੱਚ ਲੱਗੇ ਨੇ, ਕਿਤੇ ਹੰਕਾਰ ਕਰ ਰਹੇ ਨੇ, ਕਿਤੇ ਦਵੈਖ ਦੁਬਿਧਾ ਕਨਫਿਊਜ਼ਨ ਵਿੱਚ ਨੇ, ਇਵੇਂ ਦੁਚਿੱਤੇਪਣ ਵਿੱਚ ਹਨ। ਹੁਕਮੇ ਭਵੈ ਭਵਾਈਐ ਪਿਆਰੇ, ਅਵਗੁਣ ਮੁਠੀ ਰੋਏ। ਪ੍ਰਭੂ ਦੇ ਹੁਕਮ ਵਿੱਚ ਹੀ ਜੀਵ ਵੱਖ-ਵੱਖ ਜੂਨਾਂ ਵਿੱਚ ਭਟਕਦੇ ਹਨ। हे ਪਿਆਰੇ, ਕਈ ਔਗਣਾਂ ਦੇ ਕਾਰਨ ਇਹ ਲੁਕਾਈ ਜਿਹੜੀ ਹੈ ਠੱਗੀ ਜਾਂਦੀ ਹੋਈ ਰੋਂਦੀ ਆਪਾਂ ਵੇਖ ਰਹੇ ਹਾਂ। ਹੁਕਮ ਸਿਆਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ। ਜਿਹੜਾ ਉਸ ਸ਼ਾਹ ਪ੍ਰਮਾਤਮਾ ਦਾ ਹੁਕਮ ਹੈ ਪਿਆਰੇ ਸਿਆਣ ਲੈਂਦਾ, ਪਹਿਚਾਨ ਲੈਂਦਾ, ਉਹਨੂੰ ਪ੍ਰਮਾਤਮਾ ਮਿਲ ਜਾਂਦਾ ਹੈ ਤੇ ਉਹਦੀ ਫਿਰ ਬੜੀ ਵਡਿਆਈ ਹੁੰਦੀ ਹੈ ਦੋਵਾਂ ਲੋਕਾਂ ਵਿੱਚ। ਆਖਣ ਔਖਾ ਆਖੀਐ ਪਿਆਰੇ, ਕਿਉ ਸੁਣੀਐ ਸੱਚ ਨਾਉ। ਪਰ ਜਿਹੜੇ ਮਨ ਦੀ ਮਤ ਪਿੱਛੇ ਤੁਰੇ ਨੇ, ਮੋਹ ਮਾਇਆ ਦੇ ਪ੍ਰਭਾਵ ਹੇਠ ਨੇ, ਉਹਨਾਂ ਲਈ ਪਰਮੇਸ਼ਰ ਦਾ ਨਾਮ ਆਖਣਾ ਬੜਾ ਕਠਨ ਹੈ, ਸੁਣਨਾ ਵੀ ਬੜਾ ਕਠਨ ਹੈ। ਉਹ ਨਾ ਤਾਂ ਰਸਨਾ ਤੋਂ ਨਾਮ ਉਚਾਰਨ ਕਰਦੇ ਨੇ, ਨਾ ਸੁਣਦੇ ਹਨ। ਜਿਨੀ ਸੋ ਸਲਾਹਿਆ ਪਿਆਰੇ, ਹਉ ਤਿਨ ਬਲਿਹਾਰੈ ਜਾਓ। ਜਿਨ੍ਹਾਂ ਨੇ ਮੇਰੇ ਪ੍ਰਭੂ ਨੂੰ ਸਲਾਹਿਆ ਹੈ, ਸਿਮਰਿਆ ਹੈ, ਇਹ ਪਿਆਰੇ ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ। ਉਹਨਾਂ ਦੀ ਸੰਗਤ ਵਿੱਚ ਰਹਿ ਕੇ ਭਾਈ ਮੈਨੂੰ ਵੀ ਪਰਮੇਸ਼ਰ ਦੇ ਨਾਮ ਦੀ ਦਾਤ ਮਿਲੇ,
ਤਾਂ ਕਿ ਮੇਰੇ ਜੀਵਨ ਵਿੱਚ ਸੰਤੋਖ ਆਵੇ। ਇਹ ਪਿਆਰੇ, ਉਹ ਨਦਰੀ ਜਿਹੜਾ ਨਦਰ ਕਰਨ ਵਾਲਾ ਹੈ ਨਾ, ਫਿਰ ਇਵੇਂ ਪ੍ਰਭੂ ਪਿਆਰਿਆਂ ਦੀ ਸੰਗਤ ਰਾਹੀਂ ਉਹ ਆਪਣਾ ਮਿਲਾਪ ਜੀਵਾਂ ਨੂੰ ਬਖਸ਼ਦਾ, ਭਾਵ ਆਪਣੇ ਨਾਲ ਮੇਲ ਲੈਂਦਾ ਹੈ। ਕਾਇਆ ਕਾਗਦ ਜੇਥੀਐ ਪਿਆਰੇ, ਮਨ ਮਸਵਾਣੀ ਧਾਰ। ਇਹ ਪਿਆਰੇ, ਜੇ ਕਿਤੇ ਇਹ ਕਾਇਆ, ਇਹ ਸਰੀਰ ਕਾਗਜ਼ ਬਣ ਜਾਵੇ ਤੇ ਇਹਦੇ ਉੱਪਰ ਸਿਮਰਨ ਦੇ ਲੇਖ ਲਿਖਣ ਲਈ ਜੇ ਕਿਤੇ ਮਨ ਨੂੰ ਸਿਆਹੀ ਦੀ ਮਸਵਾਣੀ ਭਾਵ ਦਵਾਤ ਬਣਾ ਕੇ ਟਿਕਾ ਲਈਏ। ਲਲਤਾ ਲਿਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਲਲਤਾ ਜਿਹੜੀ ਹੈ ਇਹ ਜ਼ੁਬਾਨ ਨੂੰ ਕਿਹਾ ਜਾਂਦਾ, ਲੇਖਣ ਕਹੀਏ ਕਲਮ। ਜੇ ਕਿਤੇ ਸਾਡੀ ਰਸਨਾ ਕਲਮ ਵਾਂਗ ਚੱਲ ਪਵੇ, ਜੇ ਕਿਤੇ ਸੱਚੇ ਪਰਮੇਸ਼ਰ ਦੇ ਸਿਮਰਨ ਨੂੰ ਇਹ ਉਚਾਰਨ ਕਰਨ ਲੱਗ ਪਵੇ, ਲਲਤਾ ਲੇਖਣ ਸੱਚ ਕੀ ਪਿਆਰੇ, ਭਾਵ ਜੇ ਕਾਇਆ ਕਾਗਦ ਹੋਵੇ, ਮਨ ਸਿਆਹੀ ਦੀ ਦਵਾਤ ਹੋਵੇ ਤੇ ਰਸਨਾ ਬਣ ਜੇ ਕਲਮ, ਤੇ ਫਿਰ ਸਾਹਿਬ ਕਹਿੰਦੇ ਹਰ ਗੁਣ ਲਿਖੋ ਵਿਚਾਰ। ਇਹ ਪਿਆਰੇ ਭਾਈ, ਫਿਰ ਹਰੀ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਦੇ ਸੰਸਕਾਰ ਆਪਣੇ ਅੰਦਰ ਉਕਰੀ ਚੱਲੋ, ਭਾਵ ਲਿਖੀ ਚੱਲੋ। ਧਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ। ਇਹ ਨਾਨਕ ਉਹ ਲਿਖਾਰੀ ਧੰਤਾ ਜੋਗ ਨੇ, ਜਿਨ੍ਹਾਂ ਨੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਰੂਪੀ ਕਾਗਜ਼ ਤੇ ਉਕਰ ਲਿਆ। ਭਲੇ ਲਿਖਾਰੀ ਨੇ ਉਹ, ਕਿਉਂਕਿ ਧਨ ਸੋ ਕਾਗਦ, ਕਲਮ ਧਨ, ਧਨ ਭਾਂਡਾ, ਧਨ ਮਸ, ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਜਿੱਥੇ ਆਪ ਜੀ ਨੇ ਪਾਵਨ ਮੁਖ ਵਾਕ ਦੀ ਵਿਚਾਰ ਸਰਵਣ ਕੀਤੀ, ਆਓ ਸੰਖੇਪ ਵਿੱਚ ਜੋ ਸਾਵਣ ਮਹੀਨੇ ਰਾਹੀਂ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਨੇ, ਅੱਗੇ ਸਰਵਣ ਕਰੀਏ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਤਿਗੁਰੂ ਜੀ ਨੇ ਸਾਡੀ ਜ਼ਿੰਦਗੀ ਨੂੰ ਸਾਲ ਮੰਨ ਕੇ, ਜਿਵੇਂ 12 ਮਹੀਨੇ ਨੇ, ਪਰ 12 ਮਾਹ ਦੀ ਬਾਣੀ ਵਿੱਚ 14 ਸ਼ਬਦ ਉਚਾਰਨ ਕੀਤੇ, ਤਾਂ ਕਿ ਆਪਾਂ ਕਦੇ ਕਿਸੇ ਦਿਨ ਥਿਤਵਾਰ ਨਾਲ ਨਾ ਜੁੜੀਏ। ਮਹੀਨੇ 12 ਪਰ 12 ਮਾਹ ਦੇ ਸ਼ਬਦ 14। ਹਰ ਸ਼ਬਦ ਦੇ ਵਿੱਚ ਇੱਕ ਸਿੱਖਿਆ ਦਿੱਤੀ ਹੈ ਕਿ ਉਹੀ ਵੇਲਾ ਸੁਹਾਵਣਾ ਤੇ ਸਫਲ ਹੈ ਜਦੋਂ ਪ੍ਰਭੂ ਨਾਲ ਜੁੜ ਜਾਵੇਗਾ। ਜਿਵੇਂ ਦੁਨਿਆਵੀ ਤੌਰ ਤੇ ਹਾੜ ਦਾ ਮਹੀਨਾ ਅੱਤ ਦਾ ਗਰਮੀ ਵਾਲਾ, ਪੋਹ ਦਾ ਮਹੀਨਾ ਠੰਡ ਵਾਲਾ, ਦੋਵੇਂ ਦੁਖਦਾਈ ਨੇ। ਰੱਬ ਤੋਂ ਪਿਆ ਵਿਛੋੜਾ ਹਾੜ ਦੇ ਮਹੀਨੇ ਦੀ ਗਰਮੀ ਵਰਗਾ ਤੇ ਪੋਹ ਦੇ ਮਹੀਨੇ ਦਾ ਕਕਰੀਲਾ ਦੁੱਖ। ਪਰ ਜਿਵੇਂ ਸਾਵਣ ਦੇ ਮਹੀਨੇ ਵਿੱਚ ਵਰਖਾ ਹੁੰਦੀ ਹੈ ਨਾ, ਸਾਰੇ ਪਾਸੇ ਹਰਿਆਵਲ ਛਾ ਜਾਂਦੀ ਹੈ, ਸਾਰੇ ਜੀਵ ਜੰਤ ਸੁਖੀ ਹੁੰਦੇ ਨੇ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਬਬੀਏ ਦੀ ਪਿਆਸ ਵੀ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਜੀਵ ਰੂਪੀ ਜਗਿਆਸੂ ਇਸਤਰੀ ਹੈ, ਉਹਦੇ ਹਿਰਦੇ ਘਰ ਵਿੱਚ ਵੀ ਜਦੋਂ ਗੁਰੂ ਸੌਣ ਬਣ ਕੇ, ਬੱਦਲ ਬਣ ਕੇ ਵਰਖਾ ਕਰਦਾ ਹੈ, ਤੇ ਉਹ ਜੀਵ ਰੂਪੀ ਜਗਿਆਸੂ ਵੀ ਅੰਦਰੋਂ ਹਰੇ ਭਰੇ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ, ਸਾਵਣ ਵਣ ਹਰਿਆਵਲੇ, ਅੱਕ ਉੱਗੈ ਔੜੀ। ਜਿਵੇਂ ਸਾਵਣ ਦੇ ਮਹੀਨੇ ਵਿੱਚ ਸਾਰੀ ਬਨਸਪਤੀ ਹਰੀ ਭਰੀ ਹੁੰਦੀ, ਪਰ ਅੱਕ ਔੜ ਚਾਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਸਾਕਤ ਨੇ, ਬੇਮੁਖ ਨੇ, ਮਨਮੁਖ ਨੇ, ਦੁਰਜਨ ਨੇ, ਉਹਨਾਂ ਦਾ ਜੀਵਨ ਅੱਕ ਵਰਗਾ ਹੈ। ਉਹ ਔੜ ਚਾਹੁੰਦੇ ਨੇ, ਉਹਨਾਂ ਨੂੰ ਗੁਰੂ ਰੂਪੀ ਸਾਵਣ, ਗੁਰੂ ਰੂਪੀ ਬੱਦਲ ਚੰਗਾ ਨਹੀਂ ਲੱਗਦਾ। ਕਿਉਂਕਿ ਨਾਨਕ ਸਾਵਣ ਜੇ ਵਸੈ, ਚੌਂ ਉਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਤਨ ਹੋਏ। ਨਾਨਕ ਸਾਵਣ ਜੇ ਵਸੈ, ਚੌਂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਨਾ, ਪੰਥੀ ਚਾਕਰ ਹੋਏ। ਦੁੱਖ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੂੰ ਮੀਂਹ, ਜਿਨ੍ਹਾਂ ਨੂੰ ਸਾਵਣ ਚੰਗਾ ਨਹੀਂ ਲੱਗਦਾ। ਤੇ ਜਿਨ੍ਹਾਂ ਨੂੰ ਸਾਵਣ ਚੰਗਾ ਲੱਗਦਾ, ਉਹ ਆਖਦੇ ਨੇ, ਸਾਵਣ ਸਰਸ ਮਨਾ, ਘਣ ਵਰਸੈ ਰੁੱਤ ਆਏ। ਮੋਰੀ ਰੁਣ ਚੁਣ ਲਾਇਆ ਭੈਣੇ, ਸਾਵਣ ਆਇਆ। ਸਭ ਕਹਿੰਦੇ ਸਾਵਣ ਸਰਸੀ ਕਾਮਣੀ। ਸਾਵਣ ਦੇ ਮਹੀਨੇ ਵਿੱਚ ਕਾਮਣੀ ਜੀਵ ਰੂਪੀ ਇਸਤਰੀ ਹਰੀ ਭਰੀ ਹੋ ਜਾਂਦੀ, ਰਸ ਨਾਲ ਭਰ ਜਾਂਦੀ, ਜਿਹਦਾ ਪਿਆਰ ਪ੍ਰਭੂ ਚਰਨਾਂ ਨਾਲ ਜੁੜ ਜਾਂਦਾ। ਹੁਣ ਜਿਵੇਂ ਇੱਥੇ ਸਰਸੀ ਹੈ ਨਾ, ਇਵੇਂ ਹੀ ਪਾਠ ਸਰਸੇ ਆਉਂਦਾ। ਸਰਸੀ ਦਾ ਅਰਥ ਵੀ ਰਸ ਸਹਿਤ, ਤੇ ਸੰਤ ਸਾਜਨ ਭਏ ਸਰਸੇ ਦਾ ਅਰਥ ਵੀ ਰਸ ਸਹਿਤ। ਸਾਵਣ ਸਰਸ ਮਨਾ। ਪਰ ਜਦੋਂ ਕੋਈ ਸਰਸੇ ਲਫ਼ਜ਼ ਨੂੰ ਕਿਸੇ ਸ਼ਹਿਰ ਨਾਲ ਜੋੜਨ ਦਾ ਯਤਨ ਕਰੇਗਾ, ਵੈਸੇ ਤੇ ਉਹਦਾ ਨਾਮ ਸਿਰਸ ਹੈ, ਪਰ ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਗੁਰਬਾਣੀ ਵਿੱਚ ਸਰਸ, ਸਰਸੇ, ਸਰਸੀ, ਇਹਦਾ ਮਤਲਬ ਰਸ ਸਹਿਤ ਸ਼ਬਦ ਹੈ। ਮੂਲ ਰਸ, ਤੇ ਰਸ ਦੇ ਅੱਗੇ ਨੰਨਾ ਲੱਗ ਗਿਆ, ਰਾਰਾ ਰਸ ਨਰਸ ਕਰ ਜਾਣਿਆ, ਅਗੇਤਰ ਨੰਨਾ ਲੱਗ ਗਿਆ। ਤੇ ਜਿੱਥੇ ਰਸ ਨਹੀਂ ਹੈ
ਤੇ ਅਗੇਤਰ ਸੱਸਾ ਲੱਗ ਗਿਆ, ਸਰਸੀ ਸਰਸੇ ਜਿਹੜੇ ਰਸ ਸਹਿਤ ਹੋ ਗਏ, ਜਿਵੇਂ ਫਲ ਤੇ ਸਫਲ, ਫਲ ਸਹਿਤ। ਇਸੇ ਤਰ੍ਹਾਂ ਸੱਸਾ ਤੇ ਰਸ, ਇਹਨੂੰ ਐਵੇਂ ਆਪਾਂ ਪੜ੍ਹਨਾ ਹੈ ਕਿ ਜਿਹੜਾ ਜੀਵ ਰੂਪੀ ਜਗਿਆਸੂ ਹੈ ਅੰਦਰੋਂ ਰਸ ਸਹਿਤ ਹੋ ਜਾਂਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਆਏ ਹੋਏ ਜਿਹੜੇ ਸਰਬ ਵਿਆਪਕ ਸ਼ਬਦ ਨੇ ਉਹਨਾਂ ਨੂੰ ਜਦੋਂ ਕਿਸੇ ਨਾਵਾਂ ਥਾਵਾਂ ਨਾਲ ਜੋੜ ਕੇ ਦੇਹਧਾਰੀ ਗੁਰੂ ਡੰਮ ਆਪਣੇ ਨਾਲ ਜੋੜਨ ਦਾ ਯਤਨ ਕਰਦਾ ਹੈ। ਵੈਸੇ ਤਾਂ ਅੱਜ ਕੱਲ੍ਹ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਬੋਧ ਹੋ ਹੀ ਗਿਆ ਕਿ ਉਹਨਾਂ ਲੋਕਾਂ ਦਾ ਅੰਤ ਕੀ ਹੈ, ਪਰ ਫਿਰ ਵੀ ਕੁਝ ਐਸੇ ਲੋਕ ਨੇ ਜਿਹੜੇ ਅਜੇ ਵੀ ਅੰਧ ਵਿਸ਼ਵਾਸ ਵਿੱਚ ਪਏ ਹੋਏ ਨੇ। ਸੋ ਗੁਰਬਾਣੀ ਵਿੱਚ ਆਏ ਹੋਏ ਸਰਸੀ ਸਰਸੇ ਜਾਂ ਸਰਸ ਸ਼ਬਦ ਜਿਹੜਾ ਹੈ, ਇਹਦਾ ਅਰਥ ਹੈ ਰਸ ਸਹਿਤ ਹੋ ਜਾਣਾ, ਜਿਨ੍ਹਾਂ ਦਾ ਪਿਆਰ ਪ੍ਰਭੂ ਦੇ ਚਰਨ ਕਮਲਾਂ ਨਾਲ ਜੁੜ ਜਾਂਦਾ ਹੈ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਉਹਨਾਂ ਦਾ ਮਨ ਤਨ ਭਾਵ ਸੱਚੇ ਪ੍ਰੇਮ ਰੰਗ ਵਿੱਚ ਜੁੜ ਜਾਂਦਾ ਹੈ, ਕਿਉਂਕਿ ਇੱਕੋ ਪਰਮੇਸ਼ਰ ਦਾ ਨਾਮ ਉਹਨਾਂ ਦੀ ਜ਼ਿੰਦਗੀ ਦਾ ਬੇਸ ਆਧਾਰ ਬਣ ਜਾਂਦਾ ਹੈ। ਵੇਖਿਆ ਰੰਗ ਕੂੜਾਵਿਆ, ਦਿਸਨ ਸਭੇ ਸ਼ਾਰ। ਵਿਖਿਆ ਰੂਪੀ ਮੋਹ ਮਾਇਆ ਦਾ ਜਿਹੜਾ ਪਿਆਰ ਹੈ ਉਹ ਉਹਨਾਂ ਨੂੰ ਕੂੜਾ ਭਾਵ ਝੂਠਾ ਦਿਖਾਈ ਦਿੰਦਾ ਹੈ, ਬਿਲਕੁਲ ਨਾਸਵਾਨ ਸਵਾਹ ਦੀ ਤਰ੍ਹਾਂ। ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਜਿਵੇਂ ਸਵਾਂਤੀ ਬੂੰਦ ਦੀ ਵਰਖਾ ਹੋਈ ਤੇ ਬਬੀਏ ਨੇ ਪੀ ਕੇ ਤ੍ਰਿਪਤੀ ਕੀਤੀ, ਬਿਲਕੁਲ ਇਸੇ ਤਰ੍ਹਾਂ ਜਿਹੜੀ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਦੀ ਬੂੰਦ ਹੈ ਨਾ, ਭਾਵ ਥੋੜੀ ਜੀ ਵੀ ਬੂੰਦ ਮਾਤਰ ਵੀ ਜਿਹੜੀ ਸਿਫਤ ਸਲਾਹ ਹੈ, ਭੀ ਤੂੰ ਹੈ ਸਲਾਹ ਨਾ ਪਿਆਰੇ, ਜਾਂ ਭਾਈ ਤਾਰੂ ਸਿੰਘ ਹੁਣਾਂ ਨੂੰ ਉਹਨਾਂ ਦੀ ਮਾਂ ਨੇ ਸਿਫਤ ਸਲਾਹ ਵਾਲੇ ਪਾਸੇ ਜੋੜਿਆ। ਜਾਂ ਬੂੰਦ ਦਾ ਮਤਲਬ ਵੀ ਥੋੜੇ ਤੋਂ ਥੋੜਾ ਸਮਾਂ ਵੀ ਜਿਹੜਾ ਪ੍ਰਮਾਤਮਾ ਦਾ ਸਿਮਰਨ ਹੈ ਉਹਨਾਂ ਨੂੰ ਸੁਹਾਵਣਾ ਚੰਗਾ ਲੱਗਦਾ ਤੇ ਗੁਰੂ ਨੂੰ ਮਿਲ ਕੇ ਉਹ ਇਹ ਬੂੰਦ ਪੀਂਦੇ ਹਨ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਉਹ ਪ੍ਰਭੂ ਜਿਹੜਾ ਸਮਰੱਥ ਹੈ, ਇੱਕ ਰਸ ਵਿਆਪਕ, ਜਿਹਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ, ਉਹਦੇ ਨਾਲ ਮਿਲ ਕੇ ਫਿਰ ਜਿਵੇਂ ਸਾਰਾ ਵਣ ਤਿਣ ਸਮੁੱਚੀ ਕਾਇਨਾਤ ਮੌਲੀ ਜਾਂਦੀ ਹੈ, ਇਸੇ ਤਰ੍ਹਾਂ ਹਰ ਕਾ ਨਾਮ ਧਿਆਇਕ ਹੈ ਹੋ ਹਰਿਆ ਭਾਈ, ਸੂਕੇ ਹਰੇ ਕੀਏ ਖਿਨਮਾਏ। ਐਵੇਂ ਅੰਦਰ ਹਰਿਆਵਲ, ਅੰਦਰ ਰਸ, ਅੰਦਰ ਸਾਵਣ ਵਰਗੀ ਅਵਸਥਾ ਬਣ ਜਾਂਦੀ ਹੈ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਸਭ ਕਹਿ ਰਹੇ ਨੇ ਮਾਲਕ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ, ਪਰ ਪ੍ਰਭੂ ਆਪਣੇ ਨਦਰੇ ਕਰਮ ਬਖਸ਼ਿਸ਼ ਦੁਆਰਾ ਹੀ ਮਿਲਾਉਣ ਦੇ ਸਮਰੱਥ ਹੈ, ਜੀਵਾਂ ਨੂੰ ਮਿਲਾ ਲੈਂਦਾ ਹੈ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਹੇ ਸਖੀ, ਹੇ ਜਗਿਆਸੂ ਜਨ, ਹੇ ਗੁਰਸਿੱਖ ਵੀਰੋ, ਹੇ ਗੁਰਸਿੱਖ ਭੈਣੋ, ਜਿਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਜਗਿਆਸੂ ਰੂਪੀ ਸਖੀਆਂ ਨੇ ਮੇਰੇ ਪ੍ਰਭੂ ਨੂੰ ਪਾ ਲਿਆ, ਹਉ ਤਿਨ ਕੈ ਸਦ ਬਲਿਹਾਰ, ਮੈਂ ਉਹਨਾਂ ਜਗਿਆਸੂਆਂ ਤੋਂ ਸਦਾ ਬਲਿਹਾਰ ਜਾਂਦਾ ਹਾਂ। ਨਾਨਕ ਹਰਿ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਅਰਦਾਸ ਕਰ ਰਹੇ ਨੇ ਕਿ ਹੇ ਨਾਨਕ ਆਖ, ਹੇ ਹਰੀ ਪ੍ਰਮਾਤਮਾ, ਮੇਰੇ ਤੇ ਮਾਇਆ ਕਿਰਪਾ ਕਰ, ਤੁਸੀਂ ਗੁਰੂ ਦੇ ਸ਼ਬਦ ਰਾਹੀਂ ਸਵਾਰਨ ਹਾਰੋ, ਸਾਡੇ ਇਸ ਜੀਵਨ ਨੂੰ ਸਵਾਰ ਲਵੋ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਤੇ ਫਿਰ ਸਵਰਿਆ ਹੋਇਆ ਜੀਵਨ ਸੱਚਮੁੱਚ ਪ੍ਰਮਾਤਮਾ ਨੂੰ ਚੰਗਾ ਲੱਗਦਾ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਾਹਿਬ ਕਹਿੰਦੇ ਸ਼ਬਦ ਸਵਾਰਨ ਹਾਰ, ਕਿਉਂਕਿ ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਐ। ਜਦੋਂ ਇਹ ਜੀਵਨ ਸ਼ਬਦ ਦੇ ਨਾਲ ਸਵਰ ਜਾਂਦਾ ਹੈ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸਾਵਣ ਦਾ ਮਹੀਨਾ ਉਹਨਾਂ ਸੁਹਾਗਵਤੀਆਂ ਲਈ, ਉਹਨਾਂ ਭਾਗਾਂ ਭਰੀਆਂ ਜੀਵ ਰੂਪੀ ਇਸਤਰੀਆਂ ਲਈ ਸੁਹਾਵਣਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਗਲੇ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਹਾਰ ਨੂੰ ਪਹਿਨ ਲਿਆ। ਜਿਵੇਂ ਦੁਨਿਆਵੀ ਤੌਰ ਤੇ ਪਤੀ ਨਾਲੋਂ ਵਿਛੜੀ ਹੋਈ ਇਸਤਰੀ ਲਈ ਸਾਵਣ ਦਾ ਮਹੀਨਾ ਸੁਖਦਾਈ ਨਹੀਂ, ਇਸੇ ਤਰ੍ਹਾਂ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਕਿ ਸਾਵਣ ਵਣ ਹਰਿਆਵਲੇ ਅੱਖ ਉੱਗੈ ਔੜੀ, ਤਿਉ ਬੇਮੁਖ ਸੁਖ ਨਾ ਦੇਖਣੀ ਜਿਉ ਛੁੱਟੜ ਛੌੜੀ। ਜਿਵੇਂ ਪਤੀ ਵੱਲੋਂ ਛੱਡੀ ਹੋਈ ਇਸਤਰੀ ਲਈ ਸਾਵਣ ਦਾ ਮਹੀਨਾ ਕੋਈ ਮਹਾਨਤਾ ਵਾਲਾ ਨਹੀਂ,
ਰੱਬ ਤੋਂ ਟੁੱਟੇ ਹੋਏ ਜਿਹੜੇ ਬੇਮੁਖ ਨੇ ਉਹਨਾਂ ਦੇ ਅੰਦਰ ਵੀ ਸਾਵਣ ਵਾਲੀ ਅਵਸਥਾ ਨਹੀਂ ਬਣਦੀ। ਉਹ ਹਾੜ ਦੀ ਤਰ੍ਹਾਂ ਸਦਾ ਤਪਦੇ ਹੀ ਰਹਿੰਦੇ ਨੇ। ਜਿਉ ਤਪਤ ਹੈ ਬਾਰੋ ਬਾਰ, ਉਹ ਤਪਦੇ ਹੀ ਸੰਸਾਰ ਤੋਂ ਤੁਰ ਜਾਂਦੇ ਨੇ। ਜੇ ਅੰਦਰ ਸੀਤਲਤਾ ਵਰਗੀ ਅਵਸਥਾ, ਸਾਵਣ ਵਰਗੀ ਅਵਸਥਾ ਬਣਾਉਣੀ, ਫਿਰ ਪਰਮੇਸ਼ਰ ਨਾਲ ਜੁੜਨਾ ਪਵੇਗਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਨਾਨਕ ਹਰਿ ਜੀ ਮਾਇਆ ਕਰ, ਸ਼ਬਦ ਸਵਾਰਣ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ